ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਨੇ ਲਖਵਿੰਦਰ ਕੌਸ਼ਿਕ ਜੀ। ਸਤਿ ਸ਼੍ਰੀ ਅਕਾਲ ਕੌਸ਼ਿਕ ਸਾਹਿਬ ਜੀ। ਅੱਜ ਅਸੀਂ ਜੀ ਚਰਚਾ ਕਰਨ ਜਾ ਰਹੇ ਹਾਂ ਫਾਰਮਰਸ ਐਜੀਟੇਸ਼ਨ ਦੇ ਉੱਤੇ ਬਹੁਤ ਸਾਰੀਆਂ ਤੇਜ਼ੀ ਨਾਲ ਵਾਪਰ ਰਹੀਆਂ ਤਾਜ਼ਾ ਘਟਨਾਵਾਂ, ਬੜੀਆਂ ਦੁਖਦਾਇਕ ਵੀ ਹੈਗੀਆਂ, ਜਿਨ੍ਹਾਂ ਤੇ ਚਿੰਤਾ ਕਰਨੀ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਤੇ ਚਰਚਾ ਕਰਨੀ ਵੀ ਸਾਡਾ ਫਰਜ਼ ਹੈ। ਔਰ ਸਾਡੀ ਇਹ ਡਿਊਟੀ ਹੈ, ਜ਼ਿੰਮੇਵਾਰੀ ਹੈ ਕਿ ਅਸੀਂ ਵਾਇਸ ਆਫ ਇੰਡੀਆ ਦੇ ਇਸ ਪਲੇਟਫਾਰਮ ਤੋਂ ਤੁਹਾਨੂੰ ਸਾਰਿਆਂ ਨੂੰ ਅਪਡੇਟ ਰੱਖੀਏ ਜੀ। ਕੌਸ਼ਿਕ ਸਾਹਿਬ, ਇੱਕ ਦੋ ਘਟਨਾਵਾਂ ਬਹੁਤ ਮੰਦਭਾਗੀਆਂ ਵਾਪਰੀਆਂ ਜੀ ਔਰ ਮੈਨੂੰ ਇਹ ਕਹਿਣ ਵਿੱਚ ਦੁੱਖ ਵੀ ਲੱਗ ਰਿਹਾ ਜੀ ਕਿ ਸਾਡੇ ਦੇਸ਼ ਦੀ ਸਰਕਾਰ ਯਾਨੀ ਭਾਰਤ ਸਰਕਾਰ ਜਿਹੜੀ ਆ ਜੀ। ਉਹ ਬਹੁਤ ਘਿਨਾਉਣੇ ਹੱਥ ਕੰਡੇ ਅਪਣਾ ਰਹੀ ਹੈ। ਜੀ ਬਿਲਕੁਲ। ਇੱਕ ਕਿਸਾਨ ਅੰਦੋਲਨ ਚੱਲ ਰਿਹਾ ਜੀ। ਜੀ ਜੀ 2 ਮਹੀਨੇ ਤੋਂ ਜ਼ਿਆਦਾ ਟਾਈਮ ਹੋ ਗਿਆ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜੀ ਕਿਸਾਨ ਜਿਹੜੇ ਆ ਉਹ ਬੈਠੇ ਆ, ਧਰਨਾ ਮਾਰ ਕੇ ਬੈਠੇ ਆ। ਜੀ 26 ਜਨਵਰੀ ਨੂੰ ਉਹਨਾਂ ਨੇ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਕਰਨਾ ਸੀ। ਜੀ ਬਿਲਕੁਲ। ਗਣਤੰਤਰ ਕਿਸਾਨ ਗਣਤੰਤਰ ਦਿਵਸ ਮਨਾਉਣਾ ਸੀ, ਪਰੇਡ ਕਰਨੀ ਸੀ। ਜੀ ਬਿਲਕੁਲ। ਉਸ ਪਰੇਡ ਤੋਂ ਪਹਿਲਾਂ 10 ਮੀਟਿੰਗਾਂ ਸਰਕਾਰ ਨਾਲ ਹੋਈਆਂ। 10 ਮੀਟਿੰਗਾਂ ਦੇ ਵਿੱਚ ਕੇਸ ਨੂੰ, ਇਸ ਮੁੱਦੇ ਨੂੰ ਲਮਕਾਉਣ ਦੇ ਪਿੱਛੇ ਜੀ ਉਹਨਾਂ ਦਾ ਮਕਸਦ ਜਿਹੜਾ ਸੀ ਉਹ ਇਹ ਸੀ ਕਿ ਕਿਸੇ ਨੇ ਤਰੀਕੇ ਨਾਲ ਵੀ ਕਿਸਾਨ ਅੰਦੋਲਨ ਨੂੰ ਜਿਹੜਾ ਉਹ ਆਡੋ ਪੱਟ ਕਰਤਾ ਜਾਵੇ, ਫੁੱਟ ਪਾਤੀ ਜਾਵੇ, ਇਹਦੇ ਵਿੱਚ ਤਲਕਾ ਤੇ ਜਾਣ ਬੰਦੇ। ਜੀ ਬਿਲਕੁਲ। ਉਹ ਕਿਸੇ ਨਾ ਕਿਸੇ ਉਹਦੀ ਤਾਂਘ ਦੇ ਵਿੱਚ ਸੀ ਮੌਕੇ ਦੀ। ਹਾਂ ਜੀ, ਮੌਕੇ ਦੀ ਭਾਲ ਵਿੱਚ ਸੀਗੇ। ਉਹ ਮੌਕਾ ਉਹਨਾਂ ਨੂੰ 26 ਤਰੀਕ ਨੂੰ ਮਿਲ ਗਿਆ। ਜੀ ਜਦੋਂ 26 ਤਰੀਕ ਨੂੰ ਉਹਨਾਂ ਦੇ ਭੇਜੇ ਹੋਏ ਏਜੰਟ ਜਿਹੜੇ ਸੀਗੇ ਉਹਨਾਂ ਦੇ ਹੱਥ ਠੋਕੇ ਸੀ, ਜੀ ਉਹਨਾਂ ਦੇ ਹੱਥੀਂ ਵਿਕੇ ਹੋਏ ਬੰਦੇ ਸੀ ਜਿਹੜੇ, ਉਹਨਾਂ ਨੇ ਕਿਸਾਨ ਅੰਦੋਲਨ ਨੂੰ ਉਹਦਾ ਰਾਹ ਹੀ ਹੋਰ ਪਾਸੇ ਮੋੜ ਦਿੱਤਾ। ਔਰ ਜੋ ਲਾਲ ਕਿਲੇ ਤੇ ਹੋਇਆ, ਫਿਰ ਉਹਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹ ਬੀਜੇਪੀ ਦੀ ਇਹ ਬਣਦੀ ਆ। ਜੀ ਬਿਲਕੁਲ। ਔਰ ਉੱਥੋਂ ਦੀ ਦਿੱਲੀ ਦੀ ਪੁਲਿਸ ਦੀ ਬਣਦੀ ਆ ਮੁੱਖ ਤੌਰ ਤੇ, ਜਿਨ੍ਹਾਂ ਨੇ ਉਸ ਘਟਨਾਕ੍ਰਮ ਨੂੰ ਸਾਂਭਣ ਦੀ ਬਜਾਏ ਸਗੋਂ ਹੱਲਾਸ਼ੇਰੀ ਦਿੱਤੀ, ਹਵਾ ਦਿੱਤੀ। ਅੱਜ ਉਸ ਵੇਲੇ ਭਾਵੇਂ ਨਹੀਂ ਸੀ ਪਤਾ ਲੱਗਦਾ, ਅਸੀਂ ਲੋਕ ਇੱਥੇ ਸਟੂਡੀਓ 'ਚ ਬੈਠੇ ਵੀ ਇਹ ਗੱਲ ਕਹਿੰਦੇ ਸੀਗੇ ਕਿ ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ। ਇਸ ਸਾਜ਼ਿਸ਼ ਦਾ ਕਿਸਾਨਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ, ਇਸ ਅੰਦੋਲਨ ਨੂੰ ਫੇਲ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹੈਗੀਆਂ। ਉਸ ਟਾਈਮ ਤੇ ਸ਼ਾਇਦ ਸਾਡੇ ਦਰਸ਼ਕ, ਸਾਡੇ ਸਰੋਤੇ ਇਹ ਸਾਡੀ ਗੱਲ ਨੂੰ ਸਮਝਦੇ ਹੋਣਗੇ ਕਿ ਐਡੀ ਦੂਰ ਬੈਠੇ ਇਹ ਦਿੱਲੀ ਤੋਂ 12-14 ਹਜ਼ਾਰ ਕਿਲੋਮੀਟਰ ਦੂਰ ਬੈਠੇ ਗੱਲਾਂ ਕਰੀ ਜਾਂਦੇ। ਪਰ ਅੱਜ ਮੀਡੀਆ ਨੇ ਤੇ ਸੋਸ਼ਲ ਮੀਡੀਆ ਨੇ ਦੋਨਾਂ ਨੇ ਰਲ ਕੇ ਸਾਬਤ ਕਰ ਦਿੱਤਾ ਕਿ ਉੱਥੇ ਕੀ ਹੋਇਆ ਸੀ ਔਰ ਸਾਜ਼ਿਸ਼ ਕਿਹਦੀ ਸੀ। ਉਹ ਸਾਜ਼ਿਸ਼ ਵਿੱਚ ਸਾਰਾ ਕੁਝ ਨੰਗਿਆ ਹੋ ਗਿਆ। ਬਿਲਕੁਲ। ਅਸਲੀ ਜਿਹੜੀ ਤਸਵੀਰ ਆ ਉਹ ਹੁਣ ਬਾਕੀ ਵੀ ਨਿਕਲ ਕੇ ਆ ਰਹੇ ਨੇ, ਉਸ ਟਾਈਮ ਮਤਲਬ ਕਲੀਅਰ ਕਰ ਦਿੱਤੀ ਹੈਗੀ ਆ। ਬਿਲਕੁਲ ਜੀ। ਉਦੋਂ ਬਾਅਦ ਜੀ ਇਹਨਾਂ ਨੇ ਕਿਸਾਨੀ ਅੰਦੋਲਨ ਨੂੰ ਖਦੇੜਨ ਦੀਆਂ ਕੋਸ਼ਿਸ਼ਾਂ ਹੋਈਆਂ। ਖਦੇੜਨ ਦੀਆਂ ਕੋਸ਼ਿਸ਼ਾਂ, ਮੈਂ ਕਹਿੰਦਾ ਨਾਕਾਮ ਕੋਸ਼ਿਸ਼ਾਂ ਹੋਈਆਂ। ਇਸ ਕਰਕੇ ਖਦੇੜ ਦਿੱਤਾ ਨਹੀਂ ਕਹਿੰਦਾ ਮੈਂ, ਖਦੇੜਨ 'ਚ ਕਾਮਯਾਬ ਨਹੀਂ ਹੋਏ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਸਿੰਘੂ ਬਾਰਡਰ ਤੇ ਜਾ ਕੇ, ਗਾਜੀਪੁਰ ਬਾਰਡਰ ਤੇ ਜਾ ਕੇ ਉੱਥੇ ਉਹਨਾਂ ਨੂੰ ਕਿਹਾ ਕਿ ਜੀ ਇਹ ਖਾਲੀ ਕਰ ਦਿਓ। ਰਾਤ ਦੇ 12 ਵਜੇ ਤੱਕ ਦਾ ਟਾਈਮ ਦਿੱਤਾ ਗਿਆ। ਯੂਪੀ ਸਰਕਾਰ ਜਿਹੜੀ ਆਪਣੇ ਆਪ ਨੂੰ ਸੈਂਟਰ ਸਰਕਾਰ ਤੋਂ ਵੀ ਉੱਪਰ ਸਮਝਦੀ ਆ, ਜਿਹੜਾ ਉੱਥੋਂ ਦਾ ਮੁੱਖ ਮੰਤਰੀ ਨਿਤਿਆਨੰਦ ਯੋਗੀ ਆ, ਉਹ ਸਮਝਦਾ ਕਿ ਮੇਰੇ ਨਾਲ ਦਾ ਕੋਈ ਵਧੀਆ ਖਰਾ ਜਾਂ ਉੱਚੇ ਕੱਦ ਵਾਲਾ ਜਿਹੜਾ ਪੋਲੀਟੀਸ਼ੀਅਨ ਕੋਈ ਜੰਮਿਆ ਹੀ ਨਹੀਂ। ਉਹ ਮੋਦੀ ਨੇ ਵੀ ਕੁਝ ਨਹੀਂ ਸਮਝਦਾ। ਉਹਦੀ ਸਰਕਾਰ ਨੇ ਐਲਾਨ ਕਰਤਾ ਕਿ ਰਾਤ ਨੂੰ 12 ਵਜੇ ਤੋਂ ਪਹਿਲਾਂ ਇਹ ਥਾਂ ਜਿਹੜੀ ਖਾਲੀ ਹੋਣੀ ਚਾਹੀਦੀ ਆ, ਆਪਣੇ ਟੈਂਟ ਟੁੰਟ ਚੁੱਕ ਲਓ। ਬਿਲਕੁਲ। ਨੈਚੁਰਲੀ ਜਿਹੜੀ ਘਟਨਾ ਵਾਪਰੀ ਸੀ 26 ਤਰੀਕ ਨੂੰ ਰੈਲੀ ਵਾਲੇ, ਉਹਦੇ ਨਾਲ ਥੋੜਾ ਜਿਹਾ ਜਿਹੜਾ ਕਿਸਾਨਾਂ ਦੇ ਵਿੱਚ ਜੋਸ਼ ਜਿਹੜਾ ਸੀ ਉਹ ਘਟਿਆ ਸੀ। ਡਰ ਵੀ ਬਣਿਆ ਸੀਗਾ ਕਿ ਜਾਂ ਇਹ ਸੋਚ ਵੀ ਬਣ ਗਈ ਸੀ ਕਿ ਹੁਣ ਅੰਦੋਲਨ ਦਾ ਮੂੰਹ ਕਿੱਧਰ ਨੂੰ ਹੋਊਗਾ, ਇਹਦੀ ਰੂਪਰੇਖਾ ਕੀ ਹੋਊਗੀ। ਜਦੋਂ ਕਿਸਾਨਾਂ ਨੇ ਜਾਣ ਦੀ ਕੋਸ਼ਿਸ਼ ਕੀਤੀ, ਜਾਂ ਜਿਹੜੇ ਕਿਸਾਨ ਸਿਰਫ 26 ਦੀ ਰੈਲੀ ਵਾਸਤੇ ਆਏ ਸੀ, ਉਹਨਾਂ ਨੇ ਮੁੜ ਜਾਣਾ ਸੀ, ਕਿਉਂਕਿ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਇਕੱਲੇ ਟਰੈਕਟਰ ਲੈ ਕੇ ਆਓ। ਤੇ ਉਹ ਸਿਰਫ ਇੱਕ ਕਿਸਮ ਦੀ ਇੱਕ ਰੈਲੀ ਦੇ ਵਿੱਚ, ਇੱਕ ਜਲੂਸ ਵਿੱਚ ਸ਼ਾਮਲ ਹੋਣ ਲਈ ਆਏ ਸੀ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਘਰਾਂ ਨੂੰ ਮੁੜ ਜਾਣਾ ਸੀ, ਤੇ ਉਹਨਾਂ ਨੇ ਮੁੜ ਵੀ ਗਏ। ਠੀਕ ਹੈ ਜੀ। ਪਰ ਉੱਥੋਂ ਦੇ ਜਿਹੜਾ ਇੱਕ ਲੀਡਰ ਹੈ ਯੂਪੀ ਦਾ, ਬਹੁਤ ਵੱਡਾ ਭਾਰਤੀ ਕਿਸਾਨ ਯੂਨੀਅਨ ਦਾ ਲੀਡਰ ਰਾਕੇਸ਼ ਟਕੈਤ, ਉਹਨੇ ਬਹੁਤ ਹੀ ਗੰਭੀਰ ਮੁਦਰਾ ਵਿੱਚ ਆ ਕੇ ਇੱਕ ਅਪੀਲ ਕੀਤੀ। ਉਹਨੇ ਇਹ ਵੀ ਕਿਹਾ, ਉਹਨੇ ਜਦੋਂ ਇਹ ਗੱਲ ਕਹੀ ਕਿ ਤੁਸੀਂ ਸਾਡਾ ਬਿਜਲੀ ਬੰਦ ਕਰ ਦਿੱਤੀ ਆ, ਤੁਸੀਂ ਸਾਡਾ ਪਾਣੀ ਬੰਦ ਕਰਤਾ, ਮੈਂ ਤਦ ਤੱਕ ਪਾਣੀ ਆਪਣੇ ਹਲਕ ਵਿੱਚੋਂ ਨਹੀਂ ਕਰ ਪਾਊਂਗਾ ਜਿੰਨਾ ਚਿਰ ਤੱਕ ਮੇਰੇ ਪਿੰਡੋਂ, ਮੇਰੇ ਘਰੋਂ ਪਾਣੀ ਨਹੀਂ ਆ ਜਾਂਦਾ। ਉਹਦਾ ਮਕਸਦ ਸੀ, ਸੁਨੇਹਾ ਸੀ, ਇੱਕ ਲੁਕਵਾਂ ਸੁਨੇਹਾ ਸੀ ਕਿ ਹੁਣ ਪਾਣੀ ਨਹੀਂ, ਮੈਨੂੰ ਮੇਰੇ ਪਿੰਡ ਦੇ ਲੋਕ ਚਾਹੀਦੇ, ਮੇਰੇ ਇਲਾਕੇ ਦੇ ਲੋਕ ਚਾਹੀਦੇ, ਮੇਰੇ ਭੈਣ ਭਰਾ ਚਾਹੀਦੇ। ਔਰ ਰਾਤੋਂ ਰਾਤ ਤੁਸੀਂ ਦੇਖੋ ਉੱਥੇ ਜਿਹੜਾ ਉਸ ਏਰੀਏ ਦੇ ਵਿੱਚ, ਯੂਪੀ ਦੇ ਵਿੱਚ ਬਿਲਕੁਲ ਹਜ਼ਾਰਾਂ ਲੋਕ ਇਕੱਠੇ ਹੋ ਗਏ। ਬਿਲਕੁਲ। ਉਸ ਤੋਂ ਪਹਿਲਾਂ ਜਿਹੜੀ ਉੱਥੇ ਪੁਲਿਸ ਵੱਲੋਂ ਪੂਰੀ ਰੈਪਿਡ ਐਕਸ਼ਨ ਫੋਰਸ ਦੀਆਂ, ਉਹ ਤਾਂ ਹਿੰਮਤ ਦੱਸਦਾ, ਉਹ ਸਾਰੇ ਹਜ਼ਾਰਾਂ ਲੋਕ ਉੱਥੇ ਇਕੱਠੇ ਹੋ ਗਏ। ਇਨ ਦੀ ਮੇਨ ਟਾਈਮ ਉਹ ਜਿਹੜੀ ਪੁਲਿਸ ਨੇ
ਔਰ ਜਿਹੜੀ ਤੁਸੀਂ ਉਹ ਰੈਪਿਡ ਐਕਸ਼ਨ ਵਾਲੀ ਕਹਿੰਦੇ ਫੋਰਸ, ਉਹਨੇ ਪੂਰਾ ਜ਼ੋਰ ਲਾਤਾ ਕਿ ਟੈਂਟ ਤੰਬੂ ਜਿਹੜੇ ਬਿਲਕੁਲ। ਉੱਥੇ ਉਹ ਪਹਿਲਾਂ ਉਹਨਾਂ ਨੇ ਪਰੇਡ ਸਟਾਰਟ ਕਰਤੀ ਸੀ ਜਿਸ ਦੌਰਾਨ ਟਕੈਤ ਸਾਹਿਬ ਆਪਣਾ ਭਾਸ਼ਣ ਦੇ ਰਹੇ ਸੀ। ਉਸ ਟਾਈਮ ਉਹਨਾਂ ਨੇ ਪੂਰਾ ਪ੍ਰੈਸ਼ਰ ਬਣਾਇਆ ਕਿ 12 ਵਜੇ ਤੱਕ ਇਹ ਜਿਹੜੀ ਜਗ੍ਹਾ ਹੈ ਖਾਲੀ। ਉੱਥੇ ਤੱਕ ਤਾਂ ਇਹ ਵੀ ਸੀਗਾ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਆਏ ਆ, ਤੇ ਟਕੈਤ ਸਾਹਿਬ ਨੇ ਆਪਦੀ ਗ੍ਰਿਫਤਾਰੀ ਲਈ ਕਹਿ ਭੇਜਦਾ ਸੀ ਕਿ ਮੈਂ ਗ੍ਰਿਫਤਾਰ ਹੋਣ ਨੂੰ ਤਿਆਰ ਹਾਂ। ਪਰ ਜਦੋਂ ਉਹਨਾਂ ਨੂੰ ਹੌਸਲਾ ਮਿਲਿਆ ਕਿ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ, ਜਾਂ ਉਹ ਇੱਕ ਹੁੰਦਾ ਨਾ ਬੰਦੇ ਦੇ ਅੰਦਰੋਂ ਆਵਾਜ਼ ਆਉਂਦੀ ਹੈ, ਉਹਨਾਂ ਦੇ ਅੰਦਰੋਂ ਆਵਾਜ਼ ਆਈ ਕਿ ਤੁਸੀਂ ਆਏ ਕਿਸ ਕੰਮ ਲਈ ਇੱਥੇ, ਉਹ ਕੰਮ ਅਜੇ ਹੋਇਆ ਹੀ ਨਹੀਂ ਜੀ। ਬਿਲਕੁਲ ਅਧੂਰਾ ਜੀ। ਜਿਸ ਟਾਈਮ ਇਹ ਗੱਲ ਚੱਲ ਰਹੀ ਸੀ, ਉਹਨਾਂ ਨੇ ਕਹਿ ਵੀ ਦਿੱਤਾ ਸੀ ਮੈਂ ਗ੍ਰਿਫਤਾਰੀ ਦਊਂਗਾ, ਤਾਂ ਉਸ ਟਾਈਮ ਜਿਹੜੇ ਪੱਤਰਕਾਰ ਸੀ ਉਹਨਾਂ ਜਦੋਂ ਸਵਾਲ ਤੇ ਸਵਾਲ ਕਰੀ ਜਾ ਰਹੇ ਸੀ, ਉਹਦੇ ਵਿੱਚੋਂ ਜਿਹੜੀ ਭਾਵਤਾ ਉਹਨਾਂ ਦੇ ਅੰਦਰੋਂ ਨਿਕਲੀ, ਉਸ ਚੀਜ਼ ਨੇ ਸਾਰਾ ਕੁਝ ਪਲਟਾ ਦਿੱਤਾ। ਔਰ ਉਹਨਾਂ ਨੇ ਗ੍ਰਿਫਤਾਰੀ ਦੇਣ ਤੋਂ ਨਾ ਕਰਤੀ। ਉਹਨਾਂ ਨੇ ਕਹਿ ਦਿੱਤਾ ਕਿ ਮੈਂ ਮਰ ਤਾਂ ਜਾਊਂਗਾ, ਮੈਂ ਜਿੰਦਾ ਗ੍ਰਿਫਤਾਰ ਨਹੀਂ ਹੋਊਂਗਾ। ਬਿਲਕੁਲ। ਤੁਹਾਨੂੰ ਯਾਦ ਹੈ ਚੰਦਰ ਸ਼ੇਖਰ ਆਜ਼ਾਦ ਬਾਰੇ ਗੱਲ ਕਹੀ ਜਾਂਦੀ ਸੀ। ਚੰਦਰ ਸ਼ੇਖਰ ਕਹਿੰਦਾ ਕਿ ਮੈਂ ਆਜ਼ਾਦ ਹੀ ਜੰਮਿਆ, ਆਜ਼ਾਦ ਰਿਹਾ, ਤੇ ਮਰਨਾ ਵੀ ਮੈਂ ਆਜ਼ਾਦ ਹੈ, ਮੈਨੂੰ ਜੀਂਦੇ ਜੀ ਤੁਸੀਂ ਫੜ ਨਹੀਂ ਸਕਦੇ। ਚੰਦਰ ਸ਼ੇਖਰ ਆਜ਼ਾਦ ਨੇ ਮਰਨ ਤੱਕ ਇਹ ਗੱਲ ਆਪਦੀ ਇੱਕ ਇਤਿਹਾਸ ਦੇ ਵਿੱਚ ਰੱਖੀ, ਔਰ ਉਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਹੁਣ ਤੱਕ ਉਕਰੀ ਹੋਈ। ਸੇਮ ਉਸੇ ਤਰੀਕੇ ਨਾਲ ਰਾਕੇਸ਼ ਟਕੈਤ ਨੇ ਕਿਹਾ ਕਿ ਤੁਸੀਂ ਮੈਨੂੰ ਜਿੰਦਾ ਗ੍ਰਿਫਤਾਰ ਨਹੀਂ ਕਰ ਸਕਦੇ, ਮੈਂ ਆਪਦੀ ਗ੍ਰਿਫਤਾਰੀ ਨਹੀਂ ਦਊਂਗਾ। ਔਰ ਦੂਜਾ ਉਹਨਾਂ ਨੇ ਕਹਿਤਾ ਕਿ ਪਾਣੀ ਹੁਣ ਮੇਰੇ ਪੀਣ ਵਾਲਾ ਪਾਣੀ ਜਿਹੜਾ ਵਾ ਉਹ ਮੇਰੇ ਪਿੰਡੋਂ ਆਊਗਾ, ਮੇਰੇ ਘਰੋਂ ਆਊਗਾ। ਉਹ ਸੁਨੇਹਾ ਸੀਗਾ ਕਿ ਮੇਰੇ ਘਰ ਦੇ ਲੋਕ ਆਓ, ਠੀਕ ਹੈ ਜੀ। ਉਹਨਾਂ ਦੇ ਛੋਟੇ ਭਰਾ ਨੇ ਉੱਥੇ ਜਾ ਕੇ ਲੋਕ ਇਕੱਠੇ ਕੀਤੇ, ਔਰ ਰਾਤੋਂ ਰਾਤ ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਉੱਥੇ ਪਹੁੰਚ ਗਏ। ਫਿਰ ਉਸ ਤੋਂ ਉਹ ਇੰਨਾ ਜ਼ਿਆਦਾ ਜੋਸ਼ ਬਣ ਗਿਆ, ਇੰਨਾ ਜ਼ਿਆਦਾ ਇਕੱਠ ਹੋ ਗਿਆ, ਲੋਕ ਸੜਕਾਂ ਤੋਂ ਉਹਨਾਂ ਨੇ ਯੂ ਟਰਨ ਮਾਰ ਕੇ ਵਾਪਸ ਆ ਗਏ। ਠੀਕ ਹੈ ਜੀ। ਇਹ ਗੱਲ ਸੁਣ ਕੇ ਤੇ ਪੁਲਿਸ ਨੂੰ ਖਾਲੀ ਹੱਥ ਮੁੜਨਾ ਪਿਆ। ਬਿਲਕੁਲ। ਉਹਨਾਂ ਨੇ ਆਪਣੀ ਜਿਹੜੀ ਨਫ਼ਰੀ ਹੈ ਜੀ ਰਾਈਟ ਵੇ ਘਟਾਉਣੀ ਸਟਾਰਟ ਕਰਤੀ ਸੀ, ਟਰੱਕਾਂ ਦੇ ਵਿੱਚ ਜਾਂਦੇ ਵੀ ਮੀਡੀਆ ਦੇ ਵਿੱਚ ਦੇਖਿਆ। ਹਾਂਜੀ। ਉਸ ਤੋਂ ਬਾਅਦ ਤੁਸੀਂ ਦੇਖੋ ਜੀ ਸਿੰਘੂ ਬਾਰਡਰ ਤੇ, ਸਿੰਘੂ ਬਾਰਡਰ ਤੇ ਪੁਲਿਸ ਦੀ ਰਹਿਨੁਮਾਈ ਹੇਠ ਬੀਜੇਪੀ ਦੇ RSS ਦੇ ਗੁੰਡਿਆਂ ਨੇ ਹਮਲਾ ਕੀਤਾ, ਟੈਂਟ ਤੋੜ ਦਿੱਤੇ, ਔਰਤਾਂ ਨੂੰ ਜਿਹੜਾ ਪਰੇਸ਼ਾਨ ਕੀਤਾ, ਬੱਚਿਆਂ ਨੂੰ ਪਰੇਸ਼ਾਨ ਕੀਤਾ। ਉੱਥੇ ਇੰਨਾ ਜ਼ਿਆਦਾ ਮਾਹੌਲ ਖਰਾਬ ਕਰ ਦਿੱਤਾ ਕਿ ਹਫੜਾ ਦਫੜੀ ਚਾਰੇ ਪਾਸੇ ਮਚ ਗਈ। ਪਰ ਜਦੋਂ ਅਗਲੇ ਪਾਸੇ ਕਿਸਾਨਾਂ ਨੇ, ਮੈਨੂੰ ਇਹ 'ਚ ਕਹਿਣ ਵਾਲੀ ਕੋਈ ਸ਼ੱਕ ਦੀ, ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ ਹੈਗੀ ਕਿ ਉੱਥੇ ਬੈਠੇ ਨਿਹੰਗਾਂ ਨੇ, ਨਿਹੰਗ ਆਲਵੇਜ਼ ਜਿੱਥੇ ਵੀ ਮਰਜ਼ੀ ਬੈਠੇ ਹੋਣ ਜੀ, ਚਾਹੇ ਉਹ ਘਰ ਵਾ ਆਪਦੇ ਤੇ ਚਾਹੇ ਕਿਸੇ ਮੋਰਚੇ ਤੇ ਆ, ਉਹ ਹਥਿਆਰਬੰਦੀ ਹੁੰਦੇ। ਜਦੋਂ ਉਹਨਾਂ ਨਿਹੰਗਾਂ ਨੇ ਆਪਣੇ ਹਥਿਆਰ ਬਾਹਰ ਕੱਢੇ ਤੇ ਫਿਰ ਉਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਿਆ। ਪਰ ਜਿਸ ਤਰੀਕੇ ਨਾਲ ਉਹਨਾਂ ਨੇ ਸਾਰਾ ਕੀਤਾ, ਔਰ ਪੁਲਿਸ ਦੀ ਅਗਵਾਈ ਚ ਰਹਿਨੁਮਾਈ ਚ ਕੀਤਾ, ਸਾਹਮਣੇ ਕੀਤਾ, ਦੋਨੇ ਪਾਸੇ ਜਿਹੜੀ ਪੁਲਿਸ ਹੈਗੀ ਉਹ ਖੜੀ ਸੀ, ਔਰ ਤੁਸੀਂ ਆਰਾਮ ਨਾਲ ਬੈਠੇ ਮੂਰਤਦਸਤ ਬਣੇ। ਤੁਸੀਂ ਮੈਨੂੰ ਦੱਸ ਰਹੇ ਸੀ ਜੀ ਵੀ ਇੱਕ ਜਿਹੜਾ ਮੀਡੀਆ, ਜਿਹਨੂੰ ਤੁਸੀਂ ਗੋਦੀ ਮੀਡੀਆ ਕਹਿੰਦੇ ਆ, ਜਿਹੜਾ ਮੋਦੀ ਦਾ ਮੀਡੀਆ, ਜਿਹੜਾ 24 ਘੰਟੇ ਉਹਨਾਂ ਦਾ ਹੀ ਗੁਣਗਾਨ ਕਰਦਾ, ਉਹਨਾਂ ਦੇ ਪੱਤਰਕਾਰਾਂ ਨੂੰ ਵੀ, ਉਹਨਾਂ ਦੇ ਵੀ ਨਿਊਜ਼ ਰੀਡਰਸ ਨੂੰ ਇਹ ਗੱਲ ਖਬਰ ਬਣਾ ਕੇ ਦੱਸਣੀ ਪਈ ਕਿ ਆਹ ਦੇਖੋ ਪੁਲਿਸ ਖੜੀ ਹੈ। ਉਸ ਟਾਈਮ ਉਹ ਲਾਈਵ ਚੱਲ ਰਿਹਾ ਸੀਗਾ, ਜਿਸ ਟਾਈਮ ਆਹ ਦੇਖੋ ਪੁਲਿਸ ਖੜੀ, ਦੋਨੋਂ ਪਾਸੇ ਪੁਲਿਸ ਖੜੀ ਹੈ, ਔਰ RSS ਦੇ ਤੇ ਬੀਜੇਪੀ ਦੇ ਜਿਹੜੇ ਗੁੰਡੇ ਆ ਉਹ ਕਿਸਾਨਾਂ ਤੇ ਹਮਲਾ ਕਰ ਰਹੇ। ਦੇਖੋ ਕੁਝ ਜਿਹੜਾ ਗੋਦੀ ਮੀਡੀਆ ਜੀ ਉਹਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਵੀ ਜਿਹੜੇ ਇਹ ਬੰਦੇ ਇਲਾਕਾ ਨਿਵਾਸੀ ਨੇ, ਸਥਾਨਕ ਨਿਵਾਸੀ ਨੇ, ਜਦਕਿ ਉਹ ਉੱਥੇ ਇਲਾਕਾ ਨਿਵਾਸੀ ਜਿਹੜੇ ਕਹਿੰਦੇ ਨੇ ਵੀ ਅਸੀਂ 62 ਦਿਨ ਹੋ ਗਏ, ਅਸੀਂ 62 ਦਿਨ ਤੋਂ ਚੱਲ ਰਹੇ, ਸਾਨੂੰ ਬਿਲਕੁਲ ਇਲਾਕਾ ਨਿਵਾਸੀ ਇੱਕ ਵੀ ਬੰਦਾ ਨਹੀਂ ਕਹਿ ਸਕਦਾ, ਕਿਉਂਕਿ ਉਹਨੇ ਪਿਛਲੇ ਇੰਨੇ 2 ਮਹੀਨੇ ਤੋਂ ਬਾਅਦ ਟਰਮੇਂ ਦੇ ਵਿੱਚ ਉਹਨਾਂ ਨੇ ਕਿਸਾਨਾਂ ਦਾ ਕਿਰਦਾਰ ਵੇਖ ਲਿਆ ਸੀ। ਇਹ ਕਿਸ ਕਿਰਦਾਰ ਦੇ ਮਾਲਕ ਆ, ਇਹ ਤਾਂ ਕਿਸੇ ਵੱਲ ਅੱਖ ਪੱਟ ਕੇ ਨਹੀਂ ਵੇਖਦੇ, ਇਹ ਤਾਂ ਭੁੱਖੇ ਨੂੰ ਖੁਦ ਖਵਾਉਂਦੇ ਆ। ਇਹ ਤਾਂ ਸਾਨੂੰ ਸਗੋਂ ਇਹਨਾਂ ਲੋਕਾਂ ਦੇ ਆਉਣ ਦਾ ਨੁਕਸਾਨ ਤਾਂ ਕੀ ਸਗੋਂ ਉਲਟਾ ਫਾਇਦਾ ਹੋਇਆ। ਜਿਹੜੇ ਲੋਕ ਉੱਥੇ ਘੱਟ ਕਮਾਈ ਵਾਲੇ ਸੀਗੇ, ਉਹਨਾਂ ਕਿਸਾਨਾਂ ਨੇ ਆਪਦੇ ਕੋਲੋਂ ਜੇ 100 ਰੁਪਏ ਦੀ ਚੀਜ਼ ਸੀ ਤੇ ਕਹਿੰਦਾ ਕੋਈ ਨਹੀਂ 200 ਰੱਖ ਲਓ, ਜੇ 400 ਦੀ ਚੀਜ਼ ਸੀ ਕਹਿੰਦਾ ਚਲੋ 500 ਹੀ ਰੱਖ ਲਾ। ਠੀਕ ਹੈ ਜੀ। ਫਿਰ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਕਮਾਈ 'ਚ ਫਰਕ ਤਾਂ ਨਹੀਂ ਪਿਆ? ਦੁਕਾਨਦਾਰ ਨੂੰ ਪੁੱਛਦੇ ਰਹੇ ਨੇ ਵੀ ਤੁਹਾਨੂੰ ਭਾਈ ਸਾਡੇ ਕਰਕੇ ਕੋਈ ਨੁਕਸਾਨ ਹੋ ਰਿਹਾ ਤਾਂ ਤੁਸੀਂ ਦੱਸੋ। ਬਕਾਇਦਾ ਇਲਾਕਾ ਨਿਵਾਸੀ ਸ਼ਾਮ ਨੂੰ ਲੰਗਰ 'ਚ ਸੇਵਾ ਵੀ ਕਰਦੇ ਤੇ ਲੰਗਰ ਵੀ ਛਕ ਰਹੇ ਸੀ, ਕਿਸੇ ਨੂੰ ਉਹ ਨਹੀਂ ਸੀ। ਫਿਰ ਇਹ ਗੱਲ ਦਾ ਜਿਹੜਾ ਜ਼ਿਆਦਾਤਰ ਖੁਲਾਸਾ ਹੋਇਆ ਜੀ, ਜਿਹੜਾ IT ਵਿੰਗ ਆ ਕਿਸਾਨਾਂ ਦੇ, ਉਹਨਾਂ ਵੱਲੋਂ ਜਿਹੜੇ ਬੰਦੇ ਉੱਥੇ ਹੜਦੰਗਕਾਰੀ ਕਹਾਂਗੇ ਆਪਾਂ ਨੂੰ, ਜਿਹੜੇ ਹੜਦੰਗ ਕਰਨ ਆਏ ਸੀਗੇ, ਦੇਖੋ ਪਹਿਲਾਂ ਕਿਸਾਨਾਂ ਨੂੰ ਕਿਹਾ ਜਾਂਦਾ ਸੀਗਾ, ਪਰ ਐਕਚੁਅਲ ਦੇ ਵਿੱਚ ਉਹ ਬੰਦੇ ਸੀਗੇ ਜਿਹੜੇ ਉੱਥੇ ਮਾਹੌਲ ਖਰਾਬ ਕਰਨ ਆਏ ਸੀ। ਉਹਨਾਂ ਦੇ ਜਦੋਂ ਫੇਸਬੁੱਕ ਅਕਾਊਂਟ ਵਗੈਰਾ ਸਾਰਿਆਂ ਦੇ ਖੰਗਾਲੇ ਗਏ ਜੀ, ਤਾਂ ਉਹ ਮਤਲਬ ਦਿੱਲੀ ਦੇ ਬਾਹਰਲੇ ਏਰੀਆ ਦੇ ਬਾਹਰਲੇ ਮਤਲਬ ਉਹ ਸਥਾਨਕ ਲੋਕ ਨਹੀਂ ਸੀਗੇ ਜਿਨ੍ਹਾਂ ਬਾਰੇ ਸਰਕਾਰ ਪ੍ਰਚਾਰ ਕਰਦੀ ਆ ਕਿ ਦੇਖੋ ਜਿੱਥੇ ਧਰਨਾ ਮਾਰ ਕੇ 2 ਮਹੀਨੇ ਤੋਂ ਬੈਠੇ ਆ, ਇਹਨਾਂ ਦਾ ਜੀਣਾ ਦੁੱਭਰ ਕੀਤਾ ਹੋਇਆ। ਅਖੀਰ ਉਹ ਲੋਕ ਜਿਹੜੇ ਸੀ ਉਹ ਕਿਸਾਨਾਂ ਦੇ ਗਲ ਪੈ ਗਏ। ਇਹ ਖਬਰ ਝੂਠੀ ਹੈ। ਕਿਸਾਨ ਸਾਜ਼ਿਸ਼ ਜਿਹੜੀ ਆ ਉਹ ਕਰ ਰਹੀ। ਹੁਣ ਉਸ ਤੋਂ ਬਾਅਦ ਖਬਰ ਆਈ ਜੀ ਟਿੱਕਰੀ ਬਾਰਡਰ ਤੇ ਵੀ ਏਦਾਂ, ਟਿੱਕਰੀ ਬਾਰਡਰ ਦੇ ਪਿਛਲੇ ਪਾਸਿਓਂ ਕੁਝ ਲੋਕਾਂ ਕੋਲੋਂ ਹਮਲਾ ਕਰਵਾਇਆ ਗਿਆ। ਪਰ ਟਿੱਕਰੀ ਬਾਰਡਰ ਦੇ ਵਿੱਚ
ਸਿੰਘੂ ਬਾਰਡਰ ਨਾਲੋਂ ਜ਼ਿਆਦਾ ਚੌਕਸੀ ਹੈ। ਮੈਂ ਨਹੀਂ ਕਹਿੰਦਾ ਕਿ ਸਿੰਘੂ ਤੇ ਘੱਟ ਆ, ਪਰ ਟਿਕਰੀ ਤੇ ਜ਼ਿਆਦਾ ਚੌਕਸੀ ਸੀ। ਉੱਥੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ, ਮੂੰਹ ਦੀ ਖਾਣੀ ਇੱਥੇ ਵੀ ਪਈ ਜੀ। ਠੀਕ ਹੈ ਜੀ। ਹੁਣ ਬਹੁਤ ਸਾਰੀਆਂ ਤੁਸੀਂ ਤਸਵੀਰਾਂ ਮੀਡੀਆ ਤੇ ਵੀ, ਸੋਸ਼ਲ ਮੀਡੀਆ ਤੇ ਵੀ ਦੇਖੀਆਂ ਹੈਗੀਆਂ ਕਿ ਸਾਡੇ ਕਿਸਾਨਾਂ ਦੇ ਧੀਆਂ ਪੁੱਤ ਬੜੇ ਜ਼ਖਮੀ ਹੋਏ, ਲਹੂ ਲੁਹਾਨ ਹੋਏ ਜੀ। ਇਸ ਤਰੀਕੇ ਦਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕਿਸਾਨਾਂ 'ਚ ਪੂਰਾ ਹੌਸਲਾ ਜੀ, ਬਿਲਕੁਲ ਪੂਰਾ ਜੋਸ਼ ਹੈ। ਔਰ ਜਿਹੜੀ ਟਕੈਤ ਨੇ ਇੱਕ ਆਵਾਜ਼ ਮਾਰੀ ਹੈ ਜੀ, ਬਿਲਕੁਲ ਉਸ ਆਵਾਜ਼ ਦਾ ਬੜਾ ਵੱਡਾ ਮੁੱਲ ਪਿਆ ਔਰ ਕਿਸਾਨ ਅੰਦੋਲਨ ਨੂੰ ਇੱਕ ਨਵੀਂ ਤਾਕਤ ਮਿਲ ਗਈ ਜੀ। ਬਿਲਕੁਲ, ਜਿਹੜੀ ਟਕੈਤ ਸਾਹਿਬ ਨੇ ਤੁਸੀਂ ਆਵਾਜ਼ ਦੀ ਗੱਲ ਕਰਦੇ ਹੋ, ਆਪਦੇ ਉਹਨਾਂ ਨੇ ਭਾਵੁਕ ਹੋ ਕੇ ਦੱਸਿਆ ਗਿਆ, ਉਹ ਤੋਂ ਸਭ ਤੋਂ ਵੱਡਾ ਜਿਹੜਾ ਰੋਲ ਆ ਜੀ ਉਹ ਸੋਸ਼ਲ ਮੀਡੀਆ ਦਾ ਸੀਗਾ, ਜਿਹਦੇ ਵਿੱਚ ਇੰਟਰਨੈਟ ਦੀ ਵਰਤੋਂ ਲਗਾ ਲਓ, ਆਪਣਾ ਫੇਸਬੁੱਕ ਲਗਾ ਲਓ, WhatsApp ਲਗਾ ਲਓ। ਉਸ ਚੀਜ਼ ਨੂੰ ਚੱਲਦਿਆਂ ਸਰਕਾਰ ਨੇ ਦੇਖੋ ਦੂਸਰੇ ਦਿਨ ਇੱਕ ਹੋਰ ਘਿਨਾਉਣਾ ਕੰਮ ਕੀਤਾ, 17 ਜ਼ਿਲ੍ਹਿਆਂ ਦਾ ਇੰਟਰਨੈਟ ਹੀ ਬੰਦ ਕਰਤਾ, ਇੰਟਰਨੈਟ ਸੇਵਾਵਾਂ ਬੰਦ ਕਰਤੀਆਂ, ਮੋਬਾਈਲ ਦੇ ਉੱਤੇ SMS ਸਰਵਿਸ ਬੰਦ ਕਰਤੀ, ਓਨਲੀ ਕਾਲ। ਤਾਜੀ ਖਬਰ ਹੈ ਜੀ ਜੀ, ਬਿਲਕੁਲ ਪੂਰੇ ਹਰਿਆਣੇ 'ਚ ਬੰਦ ਹੋ ਗਈ ਜੀ, ਔਰ ਪੂਰੇ ਯੂਪੀ ਪਹਿਲਾਂ 17 ਜ਼ਿਲ੍ਹਿਆਂ ਬਾਰੇ ਕਿਹਾ ਗਿਆ ਸੀ, ਪੂਰੇ ਹਰਿਆਣੇ ਤੇ ਪੂਰੇ ਯੂਪੀ ਦੇ ਵਿੱਚ ਇੰਟਰਨੈਟ ਜਿਹੜੀ ਸੇਵਾ ਬੰਦ ਕਰਤੀ ਗਈ ਜੀ ਜੀ। ਮਤਲਬ ਇਹ ਉਹੀ ਇੰਟਰਨੈਟ ਹੈ ਜਿਹੜਾ ਇੰਟਰਨੈਟ ਇਹਨਾਂ ਨੇ ਜੰਮੂ ਕਸ਼ਮੀਰ 'ਚ ਬੰਦ ਕੀਤਾ ਸੀ। ਜੰਮੂ ਕਸ਼ਮੀਰ 'ਚ ਧਾਰਾ 370 ਹਟਾਈ ਗਈ ਜੀ, ਬਿਲਕੁਲ। ਮੈਂ ਉਹ ਤੇ ਨਹੀਂ ਗੱਲ ਕਰ ਰਿਹਾ ਕਿ ਹਟਾਈ ਗਈ ਦਾ ਫਾਇਦਾ ਕੀ ਹੋਇਆ, ਨਾ ਹਟਾਈ ਗਈ ਦਾ ਕੀ ਨੁਕਸਾਨ ਸੀ, ਉਹ ਗੱਲਾਂ ਵੱਖਰੀਆਂ, ਪਰ ਇੱਕ ਲੋਕਾਂ ਦਾ ਜਮਹੂਰੀ ਹੱਕ ਹੈ ਕਿ ਉਹਨਾਂ ਨੂੰ ਕੋਈ ਗੱਲ ਚੰਗੀ ਲੱਗਦੀ ਜਾਂ ਨਹੀਂ ਲੱਗਦੀ, ਉਹਨਾਂ ਦਾ ਬੋਲਣ ਦਾ ਹੱਕ ਵੀ ਖੋਇਆ ਜਾ ਰਿਹਾ ਜੀ ਜੀ। ਠੀਕ ਹੈ ਜੀ। ਇੰਟਰਨੈਟ ਤਾਂ ਇੱਕ ਵਰਲਡ ਲੈਵਲ ਦਾ ਇਸ ਵੇਲੇ ਮੀਡੀਆ ਹੈਗਾ ਜਿਹੜਾ ਵੱਧਦੀ ਅੱਗ ਵਿੱਚ ਜਦੋਂ ਬੰਬਾਰਮੈਂਟ ਹੋ ਰਹੀ ਹੁੰਦੀ ਆ ਪੂਰੇ ਕਿਸੇ ਕੰਟਰੀ ਦੇ ਵਿੱਚ, ਇੱਕ ਦੂਜਾ ਦੇਸ਼ ਹਮਲਾ ਕਰਦਾ ਹੈ, ਇੰਟਰਨੈਟ ਤਾਂ ਉਦੋਂ ਨਹੀਂ ਬੰਦ ਕੀਤਾ ਜਾਂਦਾ। ਔਰ ਇੱਕ ਹਿੰਦੁਸਤਾਨ ਆ ਜਿੱਥੇ ਇੰਟਰਨੈਟ ਨੂੰ ਇੱਕ ਹਥਿਆਰ ਦੇ ਵਜੋਂ ਵਰਤਿਆ ਜਾਂਦਾ ਹੈ। ਜਦੋਂ ਦੇਖਿਆ ਜਾਂਦਾ ਵੀ ਸਰਕਾਰ ਦੀ ਕੋਈ ਚੀਜ਼ ਖਿਲਾਫ ਜਾ ਰਹੀ ਹੈ, ਇੰਟਰਨੈਟ ਨੂੰ ਬੰਦ ਕਰ, ਇੰਟਰਨੈਟ ਬੰਦ ਕਰ ਜੀ। ਠੀਕ ਹੈ ਜੀ। ਬਿਜਲੀ ਬੰਦ ਕਰ ਦਿਓ ਜੀ, ਪਾਣੀ ਬੰਦ ਕਰ ਦਿਓ, ਕਾਹਦੇ ਲਈ? ਤੁਸੀਂ ਜਿਹੜੇ ਲੋਕ ਉੱਥੇ ਬੈਠੇ ਆ, ਕੀ ਤੁਹਾਨੂੰ ਉਹ ਇਨਸਾਨ ਨਹੀਂ ਲੱਗਦੇ ਜੀ? ਬਿਲਕੁਲ, ਉਹ ਜਾਨਵਰ ਹੈ, ਜਾਨਵਰਾਂ ਨੂੰ ਵੀ ਪਾਣੀ ਪੀਣ ਦਾ ਹੱਕ ਹੈ। ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਅਸਲੀਅਤ ਆ, ਜਿਹੜੀ ਗਰਾਊਂਡ ਜ਼ੀਰੋ ਦੀਆਂ ਰਿਪੋਰਟਸ ਨੇ, ਅਸਲੀਅਤ ਆ, ਲਾਈਵ ਦਿਖਾਈ ਜਾ ਰਹੀ ਸੀ ਇੱਕ ਬੰਦੇ ਨੂੰ, ਜਿਹੜੀ ਇਹਦੇ ਨਾਲ ਮਤਲਬ ਜਿਹੜਾ ਸੁਨੇਹਾ ਲੋਕਾਂ ਤੱਕ, ਯੂਪੀ ਦੇ ਲੋਕਾਂ ਤੱਕ ਪਹੁੰਚਿਆ, ਜਿਹੜੇ ਉੱਥੇ ਇੰਨਾ ਆਪ ਮੁਹਾਂਦਰੇ ਲੋਕ ਇਕੱਠੇ ਹੋ ਗਏ ਨੇ, ਉਸ ਚੀਜ਼ ਇਹਨਾਂ ਦੇ ਪਹਿਲਾਂ ਸਮਝ ਨਹੀਂ ਆਈ। ਇਹਨਾਂ ਨੇ ਦੂਸਰੇ ਦਿਨ ਤੋਂ ਐਕਸ਼ਨ ਜਿਹੜਾ ਇਹ ਲਿਆ ਗਿਆ ਵੀ ਇੰਟਰਨੈਟ ਆ ਜਿਹੜਾ ਬੰਦ ਕਰ ਦਿੱਤਾ। ਹਾਂ, ਅਸਲ 'ਚ ਇਹ ਇੰਟਰਨੈਟ ਨੇ ਸੋਚਿਆ ਵੀ ਇਹ ਫਟਾਫਟ ਹੀ ਸੁਨੇਹਾ ਇਹਨਾਂ ਦਾ ਲੱਗ ਜਾਂਦਾ ਜੀ ਜੀ। ਜਿੱਦਾਂ ਰਕੇਸ਼ ਟਕੈਤ ਨੇ ਇੱਕ ਸੁਨੇਹਾ ਲਾਇਆ, ਉਹ ਜੰਗਲ ਦੀ ਅੱਗ ਵਾਂਗੂ ਪੂਰੇ ਹਿੰਦੁਸਤਾਨ ਦੇ ਵਿੱਚ ਫੈਲ ਗਿਆ। ਔਰ ਪੰਜਾਬ ਦੇ ਤਾਂ ਲੋਕ ਆਉਂਦੇ ਹੀ ਆ ਉੱਥੇ, ਹਰਿਆਣੇ ਦੇ ਲੋਕ ਕਿੰਨੇ ਮੁੜੇ ਆ ਵਾਪਸ ਜੀ, ਬਿਲਕੁਲ ਉਹ ਲੱਕ ਬੰਨ ਕੇ ਵਾਪਸ ਆ ਗਿਆ ਵੀ ਨਹੀਂ ਵੀ ਸਾਡੇ ਨੇਤਾਵਾਂ ਨੇ, ਗੁਰਨਾਮ ਸਿੰਘ ਚਡੂੰਡੀ ਨੇ ਜਦੋਂ ਸੱਦਾ ਕਾਲ ਦਿੱਤੀ, ਉਹਨਾਂ ਨੇ ਇਹ ਕਿਹਾ ਭਾਈ ਉਸੇ ਤਰੀਕੇ ਨਾਲ ਟੋਲ ਪਲਾਜ਼ੇ ਬੰਦ ਕਰ ਦਿਓ, ਉਸੇ ਤਰੀਕੇ ਨਾਲ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਵੱਡੇ ਸ਼ੋਰੂਮ ਹੈਗੇ ਆ ਉਹਨਾਂ ਦੇ ਮੂਹਰੇ ਧਰਨਾ ਮਾਰੋ, ਸਭ ਕੁਝ ਜਾਮ ਕਰ ਦਿਓ, ਔਰ ਜਿੰਨੇ ਲੋਕ ਵੱਧ ਤੋਂ ਵੱਧ ਆ ਸਕਦੇ ਆ ਇੱਥੇ ਸਿੰਘੂ ਬਾਰਡਰ ਤੇ ਪਹੁੰਚੋ, ਔਰ ਪਹੁੰਚ ਗਏ ਜੀ। ਬਿਲਕੁਲ ਇਸ ਤਰ੍ਹਾਂ ਪੰਜਾਬ ਦੇ ਕੁਝ ਪਿੰਡ ਨੇ ਜਿੱਥੇ ਉਸ ਦਿਨ ਅੱਧੀ ਰਾਤ ਨੂੰ ਲੋਕਾਂ ਨੇ ਲਾਈਵ ਹੋ ਕੇ ਦੱਸਿਆ, ਆਪਦੇ ਪਿੰਡ ਦੇ ਵਿੱਚ ਇਕੱਠ ਕਰਕੇ ਮਤਲਬ ਐਲਾਨ ਕੀਤਾ ਵੀ ਅਸੀਂ ਹੁਣੀ ਤੁਰਨ ਲੱਗੇ ਹਾਂ। ਇਹ ਵੀ ਲੋਕ, ਪੰਜਾਬ ਦੇ ਲੋਕਾਂ ਵਾਸਤੇ ਵੀ ਸੁਨੇਹਾ ਗਿਆ ਸੀਗਾ, ਤਾਂ ਪੰਜਾਬ ਦੇ ਲੋਕ ਵੀ ਉੱਥੋਂ ਚਾਲੇ ਪਾ ਦਿੱਤੇ ਨੇ ਦੁਬਾਰਾ। ਮੈਂ ਦੋ ਘਟਨਾਵਾਂ ਦਾ ਤੁਹਾਡੇ ਨਾਲ ਇੱਕ ਜ਼ਿਕਰ ਹੋਰ ਕਰਨਾ ਚਾਹੁੰਦਾ ਜੀ। ਇੱਕ ਤਾਂ ਜਿਹੜੀ 26 ਤਰੀਕ ਦੀ ਘਟਨਾ ਵਾਪਰੀ ਜੀ, ਉਹਦੇ ਵਿੱਚ ਚਲੋ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਉੱਤੇ ਕੇਸ ਦਰਜ ਕੀਤੇ ਗਏ ਆ ਹਾਂਜੀ, ਕੁਝ ਕ੍ਰਿਮੀਨਲ ਬ੍ਰਾਂਚ ਨੂੰ, ਕ੍ਰਾਈਮ ਬ੍ਰਾਂਚ ਨੂੰ ਜਿਹੜੇ ਉਹ ਰੈਫਰ ਕਰਤੇ ਆ ਕਿ ਤੁਸੀਂ ਦੇਖੋ ਜੀ ਕੀ ਹੈਗਾ ਜੀ ਜੀ। ਹੁਣ ਲੋਕਾਂ ਦੇ ਪ੍ਰੈਸ਼ਰ ਹੇਠ ਆ ਕੇ ਇਹਨਾਂ ਨੇ ਉਹਨਾਂ ਬੰਦਿਆਂ ਉੱਤੇ ਵੀ ਕੇਸ ਦਰਜ ਕਰਨ ਦਾ ਡਰਾਮਾ ਕੀਤਾ ਜਿਨ੍ਹਾਂ 'ਚ ਦੋਸ਼ ਹੈ ਕਿ ਉਹਨਾਂ ਨੇ ਉਸ ਦਿਨ ਦੀ ਘਟਨਾ ਨੂੰ ਅੰਜਾਮ ਦਿੱਤਾ ਜੀ ਜੀ। ਬਿਲਕੁਲ, ਜਿਹੜੇ ਕਿਸਾਨ ਆਪਣੇ ਆਗੂ ਸੀ ਉਹਨਾਂ ਦੇ ਉੱਤੇ ਪਹਿਲਾਂ ਪਰਚੇ ਦਰਜ ਕੀਤੇ ਗਏ, ਉਹਨਾਂ ਬਾਰੇ ਜ਼ਿਆਦਾ ਹਾਈਲਾਈਟ ਕੀਤਾ ਗਿਆ, ਪਰ ਜਦੋਂ ਕਿਸਾਨਾਂ ਨੇ ਵੀ ਇਸ ਚੀਜ਼ ਦਾ, ਲੋਕਾਂ ਨੇ ਵੀ ਇਸ ਚੀਜ਼ ਦਾ ਵਿਰੋਧ ਦਿਖਾਇਆ, ਅਸਲੀਅਤ ਉੱਥੇ ਸੋਸ਼ਲ ਮੀਡੀਆ ਤੇ ਦਿਖਾਈ ਜਾ ਰਹੀ ਸੀ, ਕੁਝ ਚੈਨਲ ਵੀ ਉਹਨੂੰ ਜਿਹੜੇ ਹੈਗੇ ਨੇ ਉਹ ਵੀ ਦਿਖਾ ਰਹੇ ਸੀ, ਤਾਂ ਮਜਬੂਰਨ ਉਹ 2-3 ਬੰਦੇ ਦੇ ਉੱਤੇ ਇਹਨਾਂ ਨੂੰ ਪਰਚਾ ਜਿਹੜਾ ਉਹ ਦਰਜ ਕਰਨਾ। ਮੈਂ ਇਹਦੇ ਨਾਲ ਜੁੜਦੀ ਗੱਲ ਕਹਿਣੀ ਚਾਹੁੰਦਾ ਜੀ, ਉਹ ਇਹ ਹੈ ਕਿ ਇੱਕ ਤਾਂ ਜਿਹੜਾ ਹੈਗਾ ਵਾ ਉਹ ਲੁੱਕ ਆਊਟ ਨੋਟਿਸ ਜਾਰੀ ਕੀਤਾ ਜੀ, ਬਿਲਕੁਲ ਠੀਕ ਹੈ ਜੀ। ਇਹ ਵੈਸੇ ਬੜੇ ਉਹਨਾਂ ਤੇ ਹੁੰਦਾ ਜੀ ਜਿਹੜੇ ਬਹੁਤ ਵੱਡਾ ਕ੍ਰਾਈਮ ਕਰਕੇ ਨੇ। ਕਿਹੜਾ ਕਿਸਾਨ ਆਗੂ ਜੀ? ਰਾਜੇਵਾਲ ਨੇ ਕ੍ਰਾਈਮ ਕੀਤਾ ਕੋਈ? ਡਾਕਟਰ ਦਰਸ਼ਨਪਾਲ ਨੇ ਕੋਈ ਕ੍ਰਾਈਮ ਕੀਤਾ? ਜੋਗਿੰਦਰ ਸਿੰਘ ਰਾਹਾ ਨੇ ਕਿਹੜਾ ਕ੍ਰਾਈਮ ਕੀਤਾ? ਇਹ ਤਾਂ ਮਿੰਨਤਾਂ ਹੀ ਕਰਦੇ ਰਹੇ ਆ ਉਹਨਾਂ ਲੋਕਾਂ ਦੀਆਂ ਵੀ। ਇਹਨਾਂ ਨੂੰ ਪਤਾ ਸੀਗਾ ਕਿ ਕੋਈ ਗੜਬੜ ਹੋਣ ਦੇ ਚਾਂਸ ਹੈਗੇ ਆ, ਸਾਜ਼ਿਸ਼ ਕੀਤੀ ਜਾ ਰਹੀ ਹੈ ਸਰਕਾਰੀ ਬੰਦਿਆਂ ਵੱਲੋਂ, ਉਹਨਾਂ ਦੇ ਮੂਹਰੇ ਹੱਥ ਜੋੜ ਕੇ ਖੜੋਤੇ ਸੀ। ਉਹ ਦੇਖੋ
ਮੁੰਡਿਓ ਕਿਸੇ ਗਲਤ ਬੰਦੇ ਦੇ ਆਖੇ ਨਾ ਲੱਗ ਜਾਈਓ, ਕੋਈ ਗਲਤ ਕੰਮ ਨਾ ਕਰ ਲਈਓ, ਸ਼ਾਂਤੀ ਰੱਖੋ, ਸ਼ਾਂਤੀ ਸਾਡਾ ਬਹੁਤ ਵੱਡਾ ਹਥਿਆਰ ਹੈ, ਜੇ ਹਿੰਸਕ ਹੋ ਗਈ ਰੈਲੀ ਤੇ ਸਾਡਾ ਸਾਰਾ ਕੁਝ ਜਲ ਜੂ। ਉਹ ਤਾਂ ਕਹਿੰਦੇ ਸੀ ਬਿਲਕੁਲ ਜੀ, ਰਾਜਪਾਲ ਸਾਹਿਬ ਦਾ ਡੇ 1 ਤੋਂ ਹੀ ਬਿਆਨ ਹੁੰਦਾ ਸੀ। ਬਿਲਕੁਲ, ਫਿਰ ਕਿੱਦਾਂ ਹੱਕ ਬਣਦਾ ਜੀ ਉਹਨਾਂ ਦੇ ਉੱਤੇ ਪਰਚੇ ਦਰਜ ਕਰਨ? ਬਕਾਇਦਾ ਦੇਖੋ ਉਸ ਟਾਈਮ ਜੇ ਆਪਾਂ ਕਹੀਏ ਕਿਸਾਨ ਰੈਲੀ ਦੌਰਾਨ ਕੋਈ ਵੀ ਜਿਹੜੇ ਵੱਡੇ ਆਗੂ ਸੀ ਉਸ ਪਾਸੇ ਵੱਲ ਨਹੀਂ ਗਏ, ਉਹ ਆਪਣੀ ਜਿਹੜੀ ਰੈਲੀ ਉਹ ਜਿਹੜਾ ਰੂਟ ਸੀਗਾ ਪੁਲਿਸ ਨੇ ਤੈਅ ਰੂਟ ਦੇ ਉੱਤੇ ਹੀ ਬਿਲਕੁਲ ਉਸੇ ਤੇ ਗਏ, ਤੈਅਸ਼ੁਦਾ ਜਿਹੜਾ ਸੀ ਰੂਟ ਬਣਾਇਆ ਗਿਆ ਸੀ। ਕੁਝ ਲੋਕ ਦੂਜੇ ਪਾਸੇ ਨੂੰ ਤਾਂ ਉਹਨਾਂ ਨੇ ਖੜ ਕੇ ਉੱਥੇ ਵਿਰੋਧ ਕੀਤਾ ਵੀ ਸਾਡਾ ਜਿਹੜਾ ਤੈਅ ਰੂਟ ਆ ਅਸੀਂ ਉਹਦੇ ਤੇ ਹੀ ਜਾਣਾ, ਅਸੀਂ ਦੂਜੇ ਤੇ ਨਹੀਂ ਜਾਣਾ। ਬਿਲਕੁਲ। ਹੁਣ ਉਹਦੇ ਨਾਲ ਇੱਕ ਜੁੜਦੀ ਗੱਲ ਮੈਂ ਤੁਹਾਨੂੰ ਇਹ ਕਹਿਣੀ ਚਾਹੁੰਦਾ ਜੀ ਕਿ ਪਾਸਪੋਰਟ ਜ਼ਬਤ ਕਰ ਲੈਣ ਦਾ ਐਲਾਨ ਕੀਤਾ ਗਿਆ। ਸਰਕਾਰ ਕਹਿੰਦੀ ਕਿ ਇਹਨਾਂ ਦੇ ਪਾਸਪੋਰਟ ਨੀਰਵ ਮੋਦੀ ਦਾ ਪਾਸਪੋਰਟ ਜ਼ਬਤ ਨਾ ਕੀਤਾ ਗਿਆ, ਮਾਲਿਆ ਦਾ ਤਾਂ ਜਿਹੜਾ ਉਹ ਪਾਸਪੋਰਟ ਜ਼ਬਤ ਨਾ ਕੀਤਾ ਗਿਆ, ਉਹ ਤਾਂ ਭੱਜ ਗਏ ਦੂਜੇ ਦੇਸ਼ਾਂ 'ਚ, ਉਹ ਤੁਸੀਂ ਭਜਾਏ ਇਹਦਾ ਮਤਲਬ? ਜੀ ਬਿਲਕੁਲ। ਅਸੀਂ ਲੋਕ ਤਾਂ ਸ਼ੁਰੂ ਤੋਂ ਕਹਿੰਦੇ ਸੀਗੇ ਕਿ ਇਹ ਜਿਹੜੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਲੋਕ ਹੈ, ਮੁਖੀ ਆ, ਜਿਹੜੇ ਹਜ਼ਾਰਾਂ ਕਰੋੜਾਂ ਰੁਪਈਆ ਹਿੰਦੁਸਤਾਨ ਦਾ ਲੋਕਾਂ ਦਾ ਖੂਨ ਪਸੀਨੇ ਦੀ ਕਮਾਈ ਬੈਂਕਾਂ ਦੇ ਵਿੱਚੋਂ ਲੈ ਕੇ ਭੱਜ ਗਏ ਆ, ਇਹ ਸਰਕਾਰ ਦੀ ਸ਼ਹਿ ਤੋਂ ਬਿਨਾਂ ਨਹੀਂ ਭੱਜ ਸਕਦੇ। ਬਿਲਕੁਲ। ਹੁਣ ਜਿਹੜੇ 5-7 ਜਿਹੜੇ ਕਾਰਪੋਰੇਟ ਅਦਾਰੇ ਘਰਾਣੇ ਹੈਗੇ ਨੇ ਜੀ, ਉਹਨਾਂ ਦੇ ਸੰਬੰਧ ਦੇ ਵਿੱਚ ਹੀ ਐਡਾ ਵੱਡਾ ਦੇਖੋ ਕਿਸਾਨਾਂ ਨੂੰ ਰੋਲਿਆ ਜਾ ਰਿਹਾ, ਉਹਨਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ। ਹਾਂਜੀ, ਕਿੱਡਾ ਮਤਲਬ ਇਹ ਧੋਖਾ ਹੈ। ਜੇ ਵਿਜੇ ਮਾਲਿਆ ਦਾ ਪਾਸਪੋਰਟ ਰੱਖਿਆ ਜਾਂਦਾ, ਰੋਕਿਆ ਜਾਂਦਾ, ਤੇ ਉਹ ਭੱਜ ਜਾਂਦਾ। ਜੀ ਬਿਲਕੁਲ। ਉਹਦਾ ਤਾਂ ਪਾਸਪੋਰਟ ਰੋਕਿਆ ਨਾ ਤੁਸੀਂ। ਜੀ ਬਿਲਕੁਲ। 에ਅਰਪੋਰਟ ਦੇ ਉੱਤੇ ਦੇਖੋ ਕਿੰਨੀ ਸਿਕਿਉਰਿਟੀ ਹੁੰਦੀ ਹੈ, ਸਿਕਿਉਰਿਟੀ ਨਾਲ ਤੁਸੀਂ ਭੇਜਿਆ ਉਹਨੂੰ, ਘੱਟੋ ਘੱਟ ਉਹਦਾ 3-4 ਘੰਟੇ ਦਾ ਵੇਟਿੰਗ ਟਾਈਮ ਵੀ ਹੁੰਦਾ ਹੈ। ਜੇ ਕੋਈ ਇਦਾਂ ਦਾ ਸਰਕਾਰ ਨੂੰ ਜਦੋਂ ਹੁੰਦਾ, ਜੇ ਕੋਈ ਬੰਦਾ ਗਲਤ ਲੱਗਦਾ ਤਾਂ ਜਿਹੜਾ 에ਅਰਪਲੇਨ ਜੇ ਫਲਾਈ ਵੀ ਕਰ ਜਾਵੇ ਤਾਂ ਵੀ ਬਿਲਕੁਲ ਜੀ। ਜਹਾਜ਼ ਤੋਂ ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜੀ, ਬੜੀ ਵਾਰੀ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਜੀ, ਜਹਾਜ਼ ਜਿਹੜਾ ਜਿੱਥੇ ਲੱਗਾ ਹੁੰਦਾ ਸਵਾਰੀਆਂ ਜਦੋਂ ਚੜ੍ਹਦੀਆਂ ਉੱਥੋਂ ਚੱਲ ਪੈਂਦਾ, ਰਨਵੇ ਨੂੰ ਵੀ ਚਲੇ ਜਾਂਦਾ। ਜਦੋਂ ਉਹਨੇ ਰਨਵੇ ਤੇ ਜਾ ਕੇ ਬਿਲਕੁਲ ਉਸ ਜਗ੍ਹਾ ਤੇ ਰੁਕ ਕੇ ਥੋੜਾ ਜਿਹਾ ਕੁਝ ਸਕਿੰਟ ਰੁਕਣਾ ਹੁੰਦਾ ਤੇ ਫਿਰ ਉਹਨੇ ਦੌੜਨਾ ਹੁੰਦਾ, ਉੱਥੋਂ ਵੀ ਜਹਾਜ਼ ਵਾਪਸ ਆਉਂਦੇ। ਜੀ ਬਿਲਕੁਲ। ਨਹੀਂ, ਇਹ ਹੋਰ ਵੀ ਹੈਗਾ ਜੀ, ਜਦੋਂ ਆਪਣੇ ਉਸ ਦੇਸ਼ ਦੀ, ਉਸ ਕੰਟਰੀ ਦੀ ਸੀਮਾ ਦੇ ਵਿੱਚ ਵੀ ਜੇ 에ਅਰ ਸਪੇਸ ਦੇ ਵਿੱਚ ਵੀ ਜਹਾਜ਼ ਹੁੰਦਾ ਤਾਂ ਵੀ ਉਹ ਬਿਲਕੁਲ ਰੋਕ ਸਕਦੇ। ਹਾਂਜੀ, ਉਹਦੀ 에ਅਰ ਸਪੇਸ ਦੇ ਵਿੱਚ ਹੀ ਹੋਵੇ, ਇੰਡੀਆ ਦੀ 에ਅਰ ਸਪੇਸ ਵਿੱਚ ਹੀ ਜਹਾਜ਼ ਅਜੇ ਹੈਗਾ ਤੇ ਉਹਨਾਂ ਨੂੰ ਪਤਾ ਕਿ ਇੱਕ ਕ੍ਰਿਮੀਨਲ ਬੰਦਾ ਭੱਜ ਰਿਹਾ ਤੇ ਉਹਨੂੰ ਕਿਉਂ ਨਹੀਂ ਰੋਕਿਆ ਗਿਆ? ਜੀ ਬਿਲਕੁਲ। ਉਹਨਾਂ ਨੂੰ ਰੋਕਿਆ ਨਹੀਂ ਗਿਆ। ਕਿਸਾਨਾਂ ਦੇ ਵਾਸਤੇ ਤੁਸੀਂ ਇਹ ਕਹਿ ਰਹੇ ਹੋ ਕਿ ਪਾਸਪੋਰਟ ਜਿਹੜੇ ਇਹਨਾਂ ਦੇ ਲੈ ਲੈਣੇ, ਉਹਨਾਂ ਦੇ ਪਾਸਪੋਰਟ ਭਾਵੇਂ ਤੁਸੀਂ ਰੱਖ ਲਓ, ਉਹਨਾਂ ਦੇ ਪਾਸਪੋਰਟ ਲੋਕਾਂ ਦੇ ਵਿੱਚ ਦਿਲਾਂ 'ਚ ਹੈਗੇ ਜੀ। ਠੀਕ ਹੈ ਨਾ? ਉਹ ਜਦੋਂ ਉਹ ਲੋਕਾਂ ਦੇ ਵਿੱਚ ਉਹਨਾਂ ਦੀ ਪੂਰੀ ਥਾਂ ਆ, ਉਹਨਾਂ ਦੀ ਇੱਜ਼ਤ ਆ, ਉਹਨਾਂ ਦਾ ਮਾਣ ਆ, ਅਜੇ ਉਹਨਾਂ ਨੇ ਬਹੁਤ ਲੜਾਈ ਲੜਨੀ, ਉਹਨਾਂ ਭੱਜਣਾ ਨਹੀਂ ਹੈ। ਸ਼ਾਇਦ ਗਵਰਨਮੈਂਟ ਨੂੰ ਬੜਾ ਵੱਡਾ ਭੁਲੇਖਾ ਕਿ ਭੱਜ ਜਾਣਗੇ ਕਿਤੇ, ਉਹਨਾਂ ਕਿਤੇ ਨਹੀਂ ਜਾਣਾ। ਉਹਨਾਂ ਨੇ ਤੇ ਜਿੱਤ ਕੇ ਜਾਣਾ। ਜੀ ਬਿਲਕੁਲ। ਜਿੱਤ ਕੇ ਕਿੱਥੇ? ਉੱਥੇ ਹੀ ਰਹਿਣਾ। ਜਿੱਤ ਕੇ ਲੋਕਾਂ 'ਚ ਜਾਣਾ, ਜਿੱਤ ਕੇ ਬਾਹਰ ਨਹੀਂ ਆਉਣਾ, ਇੰਗਲੈਂਡ, ਅਮਰੀਕਾ, ਕੈਨੇਡਾ ਨਹੀਂ ਆਉਣਾ। ਠੀਕ ਹੈ ਜੀ। ਜਿੱਤ ਕੇ ਉਹਨਾਂ ਨੇ ਲੋਕਾਂ ਨੂੰ ਐਜੂਕੇਟ ਕਰਨਾ, ਹੋਰ ਆਪਦੇ ਹੱਕਾਂ ਲਈ ਕਿੱਦਾਂ ਲੜੀਦਾ, ਜਾਂ ਅਸਲ 'ਚ ਹੱਕ ਹੈ ਕਿਹੜੇ। ਇਹ ਇੱਕ ਤਾਂ ਸਰਕਾਰ ਨੂੰ ਸਬਕ ਆਉਣਾ ਚਾਹੀਦਾ। ਮੂਰਖਤਾ ਸਿਰੇ ਦੀ ਸਰਕਾਰ ਵਾਲੇ ਪਾਸਿਓਂ ਹੋਈ ਪਈ ਹੈ। ਜੀ ਬਿਲਕੁਲ। ਸਰਕਾਰੀ ਮੰਤਰੀਆਂ ਨੂੰ ਤਾਂ ਖੁਦ ਨੂੰ ਨਹੀਂ ਸੀ ਪਤਾ ਕਿ ਇਹ ਕਾਨੂੰਨ ਹੈ ਕੀ, ਇਹਨਾਂ ਕਾਨੂੰਨਾਂ ਦੀ ਡੈਫੀਨੇਸ਼ਨ ਕਿਹੜੀ ਹੈ। ਉਹ ਡੈਫੀਨੇਸ਼ਨ ਦੱਸਣ ਵਾਸਤੇ ਆਪਦੇ ਨਾਲ IAS ਅਫਸਰ ਲੈ ਕੇ ਆਉਂਦੇ ਸੀਗੇ। ਠੀਕ ਹੈ ਜੀ। ਕੈਬਨਿਟ ਸੈਕਟਰੀ ਰੈਂਕ ਦੇ ਬੰਦੇ ਨਾਲ ਲੈ ਕੇ ਆਉਂਦੇ ਸੀਗੇ, ਉਹ ਦੱਸਣ ਵਾਸਤੇ ਕਿ ਇਹਦਾ ਮਤਲਬ ਹੈ। ਕਿਸਾਨ ਤਾਂ ਨਹੀਂ ਆਪਦੇ ਨਾਲ ਲੈ ਗਿਆ ਵਕੀਲਾਂ ਨੂੰ ਵੀ ਸਾਡਾ ਵਕੀਲ ਹੈ ਜੀ, ਇਹ ਤੁਹਾਨੂੰ ਦੱਸੂਗਾ ਜੀ ਡੈਫੀਨੇਸ਼ਨ ਕੀ ਹੈ, ਜਾਂ ਸਾਡਾ ਕੇਸ ਕੀ ਹੈ, ਪੁੱਟ ਕਰੂਗਾ। ਕਿਸਾਨ ਆਪ ਗੱਲ ਕਰਦਾ ਜੀ। ਬਿਲਕੁਲ। ਫਿਰ ਇਹਨਾਂ ਨੂੰ ਭੱਜਣ ਦੀ ਲੋੜ ਆ। ਦੇਖੋ, ਜਿਹੜੇ ਹੁਣ ਤੱਕ ਇਹਨਾਂ ਨੂੰ ਆਤੰਕਵਾਦੀ ਜਾਂ ਅੱਤਵਾਦੀ, ਵੱਖਵਾਦੀ, ਕੁਝ ਵੀ ਵੱਖਰੇ ਨਾਮ ਨਾਲ ਕਹਿੰਦੇ ਰਹੇ ਨੇ, ਫਿਰ ਸਰਕਾਰ ਨੂੰ ਪੁੱਛੇ ਵੀ ਤੁਸੀਂ ਇਹਨਾਂ ਨਾਲ ਜਿਹੜੀਆਂ 10 ਮੀਟਿੰਗਾਂ ਕੀਤੀਆਂ ਨੇ ਕਿਉਂ ਕਰਦੇ ਰਹੇ। ਬਿਲਕੁਲ। ਜੇ ਤੁਹਾਨੂੰ ਲੱਗਦਾ ਸੀਗਾ ਕਿ ਅੱਤਵਾਦੀ ਆ, ਇਹ ਖਾਲਿਸਤਾਨੀ ਆ, ਇਹ ਨਕਸਲਵਾੜੀ ਆ, ਕਿਉਂ ਮੀਟਿੰਗਾਂ ਵੀ ਕਾਲ ਕੀਤੀ? ਤੁਸੀਂ ਤਾਂ ਬਾਈ ਨੇਮ, ਤੁਸੀਂ ਉਂਝ ਥੋੜੀ ਖੁੱਲੀ ਕਾਲ ਦਿੱਤੀ ਸੀ। ਤੁਸੀਂ ਤਾਂ ਕਿਹਾ ਸੀ ਡਾਕਟਰ ਦਰਸ਼ਨਪਾਲ ਜੀ, ਜੋਗਿੰਦਰ ਸਿੰਘ ਉਗਰਾਹਾਂ, ਤੁਸੀਂ ਤਾਂ ਰੱਜੇਵਾਲ, ਤੁਸੀਂ ਨਾਂ ਲਿਖਦੇ ਸੀਗੇ। ਜੇ ਉਹ ਅੱਤਵਾਦੀ ਹੈਗੇ ਆ, ਨਕਸਲੀ ਹੈਗੇ ਆ, ਖਾਲਿਸਤਾਨੀ ਹੈਗੇ ਆ, ਤੁਸੀਂ ਨਾਂ ਲੈ ਕੇ ਕਾਲ ਕਿਉਂ ਕੀਤੀ ਉਹਨਾਂ ਨੂੰ? ਜੀ ਬਿਲਕੁਲ। ਇਹ ਤੁਸੀਂ ਆਮ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ। ਲੋਕੀ ਹੁਣ ਸਿਆਣੇ ਹੋ ਚੁੱਕੇ। ਹਾਂ, ਤੁਹਾਡਾ ਮੀਡੀਆ ਅਜੇ ਤੁਹਾਡੀ ਚਾਪਲੂਸੀ ਕਰਦਾ, ਉਹ ਤੁਹਾਡੀਆਂ ਜੁੱਤੀਆਂ ਚੱਟਦਾ, ਹਟ ਜੂ ਉਹ ਵੀ। ਜੀ ਬਿਲਕੁਲ। ਜਿਹੜੇ ਟਕੈਤ ਸਾਹਿਬ ਦਾ ਜਿਸ ਦਿਨ ਭਾਸ਼ਣ ਚੱਲ ਰਿਹਾ ਸੀ, ਜਿਸ ਦਿਨ ਉਹਨਾਂ ਨੇ ਜਿਹੜੀ ਅਪੀਲ ਕੀਤੀ ਆ ਕਿਸਾਨਾਂ ਨੂੰ, ਉਸ ਦਿਨ ਸੋਸ਼ਲ ਮੀਡੀਆ ਇੱਕ ਦਿਖਾ ਰਿਹਾ ਸੀ ਵੀ ਇਹ ਡਰਾਮੇ ਕਰ ਰਹੇ ਨੇ, ਰੋ ਰਹੇ ਨੇ, ਹੰਝੂ ਸਿੱਟ ਰਹੇ ਨੇ। ਇੱਥੇ ਦੱਸਣਾ ਇਹ ਵੀ ਬਣਦਾ ਹੈਗਾ ਜੀ, ਜਦੋਂ ਨੋਟਬੰਦੀ ਹੋਈ ਸੀ ਉਸ ਟਾਈਮ ਯੋਗੀ ਜਿਹੜੇ ਸੰਸਦ ਦੇ ਵਿੱਚ ਰੋ ਰਹੇ ਸੀ, ਕਿ ਉਹ ਡਰਾਮੇਬਾਜ਼ੀ ਨਹੀਂ ਸੀ। ਉਹ ਸੰਸਦ ਦੇ ਵਿੱਚ ਖੜੇ ਰੋ ਰਹੇ ਸੀਗੇ, ਸਾਰੇ ਲੋਕ ਹੈਰਾਨ ਸੀ। ਦੇਖੋ, ਉਹ ਨੋਟਬੰਦੀ ਹੋਈ, ਨੁਕਸਾਨ ਜਨਤਾ ਦਾ ਹੋ ਰਿਹਾ ਸੀ, ਉਹ ਰੋ ਰਿਹਾ ਸੀ। ਉਹਨੂੰ ਇੱਕ ਭਾਵ ਉਹ ਦਿਖਾਇਆ ਗਿਆ ਤੇ ਇੱਧਰ ਇਹਨਾਂ ਵਾਸਤੇ ਡਰਾਮੇਬਾਜ਼ੀ ਦੀ ਗੱਲ ਕਹੀ। ਇੱਕ ਮੈਂ ਹੋਰ ਬੜੀ ਜੀ ਅਹਿਮ ਘਟਨਾ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਜੀ। BJP ਨੇ ਤੇ RSS ਨੇ, ਭਾਰਤ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਜੀ, ਇਹ ਸਾਬਤ ਕਰਨ ਦੇ ਲਈ, ਇਹ ਦੱਸਣ ਦੇ ਲਈ, ਜਾਂ ਇਸ ਅੰਦੋਲਨ ਨੂੰ, ਕਿਸਾਨੀ ਅੰਦੋਲਨ ਨੂੰ ਇਸ ਪਾਸੇ ਮੋੜਨ ਲਈ ਕਿ ਇਹ ਤਾਂ ਹਿੰਦੂਆਂ ਸਿੱਖਾਂ ਦੀ ਲੜਾਈ ਹੈ। ਜੀ। ਬੜੀ ਖਤਰਨਾਕ ਕਿਸਮ ਦੀ ਕਮੀਨੀ ਹਰਕਤ, ਇਹ ਤੋਂ ਵੱਧ ਕਮੀਨੀ ਹਰਕਤ ਹੋਰ ਨਹੀਂ ਹੋ ਸਕਦੀ। ਜੀ ਬਿਲਕੁਲ।
ਕੁਝ ਗੁੰਡਿਆਂ ਨੇ ਜੀ ਗੁਰਦੁਆਰਾ ਸੀਸਗੰਜ ਦਿੱਲੀ, ਜਿਹੜਾ ਸਭ ਤੋਂ ਮਹਾਨ ਅਸਥਾਨ ਹੈ ਜੀ ਬਿਲਕੁਲ, ਜਿੱਥੇ ਗੁਰੂ ਤੇਗ ਬਹਾਦਰ ਨੇ ਸ਼ਹੀਦੀ ਦਿੱਤੀ ਸੀ ਹਿੰਦੁਸਤਾਨ ਦੀ ਕੌਮ ਵਾਸਤੇ, ਜੀ ਉਹ ਕੌਮ ਜਿਹੜੀ ਕੌਮ ਨੂੰ ਅਸੀਂ ਹਿੰਦੂ ਕੌਮ ਕਹਿੰਦੇ, ਕੌਮ ਹੀ ਹੈ ਚਲੋ ਇੱਕ ਇਨਸਾਨੀਅਤ ਨਾਤੇ, ਉਸ ਕੌਮ ਦੀ ਰਾਖੀ ਦੇ ਲਈ ਕੁਰਬਾਨੀ ਦਿੱਤੀ। ਉਹਨਾਂ ਦੀ ਯਾਦ ਵਿੱਚ ਉਹ ਉਸੇ ਜਗ੍ਹਾ ਤੇ ਇੱਕ ਗੁਰਦੁਆਰਾ ਸਾਹਿਬ ਹੈ ਜਿਹਦੇ ਤੇ ਮੋਹਰੇ ਲੰਘਦਿਆਂ ਹਰ ਕਿਸੇ ਦਾ ਸਿਰ ਝੁਕਦਾ, ਦੂਰੋਂ ਵੇਖ ਕੇ ਲਾਲ ਕਿਲਾ ਵੀ ਉਹਦੇ ਸਾਹਮਣੇ ਝੁਕਦਾ। ਮੈਂ ਇਸ ਗੱਲ ਨੂੰ ਅੱਜ ਕਹਿਣ ਚ ਕੋਈ ਨਹੀਂ ਮਤਲਬ ਸਮਝਦਾ ਵੀ ਇਹ ਕਹਿਣਾ ਗਲਤ ਹੈ, ਲਾਲ ਕਿਲਾ ਵੀ ਝੁਕਦਾ ਔਰ ਝੁਕਣਾ ਚਾਹੀਦਾ। ਜੀ ਬਿਲਕੁਲ। ਕਿਉਂ ਨਹੀਂ ਪ੍ਰਧਾਨ ਮੰਤਰੀ, ਕਿਉਂ ਨਹੀਂ ਰਾਸ਼ਟਰਪਤੀ ਉੱਥੇ ਬੋਲਣ ਤੋਂ ਪਹਿਲਾਂ ਇਹ ਕਹਿੰਦੇ ਕਿ ਅਸੀਂ ਉਸ ਮਹਾਨ ਗੁਰਦੁਆਰੇ ਦੇ ਨੂੰ ਨਤਮਸਤਕ ਆ, ਉਸ ਸਥਾਨ ਨੂੰ ਨਤਮਸਤਕ ਆ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਬਚਾ ਕੇ ਰੱਖਿਆ। ਜੀ ਬਿਲਕੁਲ, ਠੀਕ ਹੈ ਜੀ। ਜੇ ਅੱਜ ਹਿੰਦੁਸਤਾਨ ਤਾਂ ਮੈਂ ਸਮਝਦਾ ਕਿ ਉਹ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਕਰਕੇ, ਜੀ ਬਿਲਕੁਲ, ਠੀਕ ਹੈ ਜੀ। ਔਰ ਉਸ ਗੁਰਦੁਆਰੇ ਦੇ ਸਾਹਮਣੇ ਬੀਜੇਪੀ ਦੇ ਵਲੰਟੀਅਰਸ ਜਿਹੜੇ ਹੈਗੇ, ਬੀਜੇਪੀ ਦੇ ਗੁੰਡੇ ਜਿਹੜੇ ਹੈਗੇ ਆ, ਉਹਨਾਂ ਵੱਲੋਂ ਉੱਥੇ ਮੁਜ਼ਾਹਰਾ ਕੀਤਾ ਜਾ ਰਿਹਾ। ਇਹਨੂੰ ਕੀ ਕਹਿਣਾ ਚਾਹੀਦਾ? ਜੀ ਬਿਲਕੁਲ, ਇੱਥੇ ਇਹ ਵੀ ਦੱਸਣਾ ਬਣਦਾ ਹੈਗਾ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਗੁਰਦੁਆਰਾ ਸਾਹਿਬ ਗਏ ਨੇ, ਜਿਹੜਾ ਉਹਨਾਂ ਨੇ ਰਮਾਲਾ ਲਿਆ ਸੀ ਉਹ ਵੀ ਇੱਕ ਤਰ੍ਹਾਂ ਨਾਲ ਖੰਡੇ ਵਾਲੇ ਸੀ, ਨਿਸ਼ਾਨ ਹੋਈ ਸੀ ਜਿਹਦੇ ਮਤਲਬ ਇਹ ਜ਼ਿਆਦਾ ਮਤਲਬ ਵਿਰੋਧ ਕੀਤਾ ਜਾ ਰਿਹਾ। ਹਾਂਜੀ ਹਾਂਜੀ। ਇਸ ਤੋਂ ਬਾਅਦ ਜੀ ਇੱਕ ਜਿਹੜੀ ਹੋਰ ਗੱਲ ਹੈ ਜੀ, ਪੰਜਾਬ ਦੇ ਪਿੰਡਾਂ ਦੇ ਵਿੱਚੋਂ ਜਿਹੜੀ ਹੁਣ ਖਬਰ ਆ ਰਹੀ ਹੈ ਉਹ ਇਹ ਹੈ ਕਿ 26 ਜਨਵਰੀ ਦੀ ਜਿਹੜੀ ਟਰੈਕਟਰ ਪਰੇਡ ਸੀਗੀ, ਕਿਸਾਨ ਗਣਤੰਤਰ ਟਰੈਕਟਰ ਪਰੇਡ ਜਿਹੜੀ ਸੀਗੀ, ਉਹਦੇ 'ਚ ਸ਼ਾਮਲ ਹੋਣ ਵਾਸਤੇ ਬਹੁਤ ਸਾਰੇ ਲੋਕ ਆਏ ਸੀਗੇ। ਜੀ ਬਿਲਕੁਲ। ਤਕਰੀਬਨ ਇਹ ਜੋਗਿੰਦਰ ਸਿੰਘ ਅਗਰਾਹਾਂ ਉਹਨਾਂ ਦੇ ਮੁਤਾਬਕ ਆ ਕਿ 200 ਦੇ ਲਗਭਗ ਮੁੰਡੇ ਜੀ ਜਿਹੜੇ ਉਹ ਲਾਪਤਾ ਹੈਗੇ, ਜਿਹੜੇ ਉਸ ਟਾਈਮ ਕਿਲੇ ਆਪਣੇ ਉਹਦੇ ਵਿੱਚ ਲਾਲ ਕਿਲੇ ਵਿੱਚੋਂ ਜਾਂ ਵੱਖਰੇ ਜਗ੍ਹਾ ਪੂਰੇ ਸਟਰਗਲ ਦੇ ਵਿੱਚੋਂ 200 ਦੇ ਕਰੀਬ ਜਿੱਥੇ ਵੀ ਝੜਪਾਂ ਹੋਈਆਂ ਹੋਣਗੀਆਂ, ਜਿੱਥੇ ਵੀ ਉਹ ਪੁਲਿਸ ਨੇ ਚੁੱਕ ਕੇ ਲੈ ਗਏ, ਪੁਲਿਸ ਦੇਖਿਆ ਅਸੀਂ ਕਿ ਬਾਹਾਂ ਤੋਂ ਲੱਤਾਂ ਤੋਂ ਫੜ ਫੜ ਕੇ ਚੁੱਕ ਕੇ ਜਾਂਦੇ, ਘੜੀਸ ਕੇ ਲੈ ਕੇ ਜਾਂਦੇ ਹੈਗੇ, ਠੀਕ ਹੈ ਜੀ। ਔਰ ਬਹੁਤ ਸਾਰੇ ਟਰੈਕਟਰ ਵੀ ਲਾਪਤਾ, ਠੀਕ ਹੈ ਜੀ। ਟਰੈਕਟਰਾਂ ਨੂੰ ਸੂਏ ਮਾਰ ਕੇ ਪੰਚਰ ਕੀਤਾ ਗਿਆ ਸੀ, ਹੁਣ ਉਹ ਕਿੱਥੇ ਧੂ ਕੇ ਲੈ ਗਏ ਉਹਨਾਂ ਨੂੰ ਟਰੈਕਟਰਾਂ ਨੂੰ ਚਲਾਉਣ ਵਾਲੇ ਮੁੰਡੇ ਕਿੱਥੇ ਆ, ਉਹ ਲੱਭ ਨਹੀਂ ਰਹੇ। ਕੱਲੇ ਮੋਗੇ ਦੇ ਇੱਕੋ ਪਿੰਡ ਚੋਂ 12 ਮੁੰਡੇ ਹਨ ਜੀ, ਠੀਕ ਹੈ ਜੀ। ਉਹਨਾਂ ਦੀ ਪਿੰਡ ਦੀ ਪੰਚਾਇਤ ਨੇ ਇਕੱਠ ਕੀਤਾ ਔਰ ਉਹਨਾਂ ਨੂੰ ਪੁੱਛਿਆ ਮਾਪਿਆਂ ਨੂੰ, ਦੱਸੋ ਕਿਹਦਾ ਪੁੱਤਰ ਵਾਪਸ ਨਹੀਂ ਆਇਆ ਹੈਗਾ। ਉਹਨਾਂ ਨੇ ਇੱਕ ਲਿਸਟ ਜਾਰੀ ਕੀਤੀ, ਉਹ 'ਚ ਮੁੰਡੇ ਦਾ ਨਾਂ, ਉਹਨਾਂ ਦੇ ਬਾਪ ਦਾ ਨਾਂ, ਮਾਂ ਦਾ ਨਾਂ, ਆਧਾਰ ਕਾਰਡ ਲਿਖਿਆ ਨੰਬਰ ਆ ਹੈਗਾ, ਠੀਕ ਹੈ ਜੀ। ਇਹ ਕੀ ਹੈ ਜੀ? ਇਹ ਉਹ ਉਹਨਾਂ ਨੂੰ ਮਾਰ ਕੇ ਖਪਾ ਕੇ ਸਰਕਾਰ ਕੀ ਕਰਨਾ ਚਾਹੁੰਦੀ, ਕੀ ਦਿਖਾਉਣਾ ਚਾਹੁੰਦੀ ਹੈ? ਮਤਲਬ ਤੁਸੀਂ ਆਪਦਾ ਅਧਿਕਾਰ ਵੀ ਨਹੀਂ ਵਰਤ ਸਕਦੇ ਕਿ ਸਰਕਾਰ ਦੇ ਖਿਲਾਫ ਜੇ ਕੋਈ ਗਲਤ ਗੱਲ ਹੈ ਤੇ ਬੋਲੋ। ਜੀ ਬਿਲਕੁਲ, ਠੀਕ ਹੈ ਜੀ। ਤੁਸੀਂ ਬੋਲਣ ਨੂੰ ਨਹੀਂ ਦੇਣਾ ਚਾਹੁੰਦੇ। ਦੇਖੋ ਉਸ ਜਿਹੜਾ ਉਧਰ ਨੂੰ ਲੋਕਾਂ ਦਾ ਪ੍ਰਵਾਹਣ ਸੀਗਾ ਰੋਕਿਆ ਜਾ ਸਕਦਾ ਸੀ, ਉਹ ਰੋਕਣਾ ਕਿਹਦੀ ਜ਼ਿੰਮੇਵਾਰੀ ਸੀ? ਪੁਲਿਸ ਦੀ ਜ਼ਿੰਮੇਵਾਰੀ। ਉਹਨਾਂ ਨੇ ਉਹ ਤਾਂ ਕਿਹਾ ਜੀ, ਇੱਥੋਂ ਤੱਕ ਵੀ ਹੋ ਗਿਆ, ਕੁਝ ਲੋਕਾਂ ਨੇ ਕਿਹਾ ਜੀ ਸਾਨੂੰ ਤਾਂ ਖੁਦ ਪੁਲਿਸ ਨੇ ਕਿਹਾ ਲਾਲ ਕਿਲੇ ਜਾਣਾ ਤੇ ਇਸ ਤਰ੍ਹਾਂ ਜਾਓ। ਜੀ ਬਿਲਕੁਲ। ਉਹਨਾਂ ਨੇ ਉਹ ਜਿਹੜੇ ਰਸਤੇ ਜਿੱਧਰ ਨੂੰ ਜਾਣੇ ਸੀ ਉਧਰ ਰੋਕਿਆ ਗਿਆ ਵੀ ਤੁਸੀਂ ਸਿੱਧੇ ਜਾ ਸਕਦੇ ਹੋ, 5-5 ਕਰਕੇ ਜਾਓ, 6-6 ਕਰਕੇ ਜਾਓ। ਲਖਵਿੰਦਰ ਜੀ, ਆਪਾਂ ਅੱਗੇ ਵੀ ਇਸ ਗੱਲ ਤੇ ਸ਼ਾਇਦ ਚਰਚਾ ਕੀਤੀ ਆ ਵੀ ਤੁਹਾਨੂੰ ਤੇ ਮੈਨੂੰ ਦਿੱਲੀ ਦੇ ਕਿਸੇ ਥਾਂ ਤੇ ਖੜੇ ਕਰ ਲਿਆ ਜਾਵੇ, ਉੱਥੋਂ ਕਿਹਾ ਜਾਵੇ ਵੀ ਤੁਸੀਂ ਲਾਲ ਕਿਲੇ ਪਹੁੰਚੋ। ਜੀ ਬਿਲਕੁਲ। ਮੋਟਰਸਾਈਕਲ ਤੇ ਪਹੁੰਚੋ ਜਾਂ ਕਾਰ 'ਚ ਪਹੁੰਚੋ, ਆਪਣੇ ਵਹੀਕਲ ਤੇ ਪਹੁੰਚ ਜਾਾਂਗੇ, ਸਾਨੂੰ ਪਤਾ ਹੀ ਨਹੀਂ ਲਾਲ ਕਿਲੇ ਦਾ। ਹਾਂ, ਵੱਖਰੀ ਗੱਲ ਆ ਕਿ ਅਸੀਂ ਆਪਦੇ ਮੋਬਾਈਲ ਤੇ ਅੱਜ ਦੀ ਡੇਟ ਵਿੱਚ ਆਪਦੇ ਮੋਬਾਈਲ ਤੇ ਅਸੀਂ GPS ਲਾ ਲਈਏ, ਪਰ ਟਰੈਕਟਰਾਂ ਵਾਲੇ ਕੋਈ GPS ਸੀਗੇ ਨਹੀਂ ਜੀ। ਉਹਨਾਂ ਨੂੰ ਕਿਹਨੇ ਭੇਜਿਆ? ਫਿਰ ਟਰੈਕਟਰ ਵਾਲਿਆਂ ਕੋਲੇ ਕੋਈ ਨਹੀਂ ਸੀ ਜੀ, ਘੋੜਿਆਂ ਵਾਲਿਆਂ ਕੋਲੇ ਕੋਈ ਨਹੀਂ ਸੀਗਾ ਜੀ। ਉਹਨਾਂ ਨੂੰ ਭੇਜਿਆ ਗਿਆ, ਮੂਹਰੇ ਲਗਾ ਕੇ ਆਪਦੇ ਬੰਦੇ ਉਹਨਾਂ ਨੂੰ ਭੇਜਿਆ ਗਿਆ। ਉਸੇ ਤਰੀਕੇ ਨਾਲ ਮੀਡੀਆ ਵੱਲੋਂ ਜਿਵੇਂ ਕਵਰ ਕਰ ਰਹੇ ਸੀ, ਮੀਡੀਆ ਉਧਰ ਜਾ ਰਿਹਾ ਸੀ, ਉਧਰ ਉਹ ਜਾ ਰਿਹਾ। ਫਿਰ ਮੀਡੀਆ ਤੋਂ ਉੱਥੇ ਕੈਮਰੇ ਕੱਢ ਕੇ ਪਹਿਲਾਂ ਬੈਠਾ ਸੀ। ਮੀਡੀਆ ਨੂੰ ਕਿੱਦਾਂ ਪਤਾ ਸੀਗਾ ਕਿ ਜਿਹੜੇ ਕੁਝ ਲੋਕ ਜਿਹੜੇ ਹੈਗੇ ਆ ਉਹ ਲਾਲ ਕਿਲੇ ਵੱਲ ਨੂੰ ਆਉਣੇ ਆ? ਜੀ ਬਿਲਕੁਲ, ਠੀਕ ਹੈ ਜੀ। ਫਿਰ ਉੱਥੇ ਪੁਲਿਸ ਬੈਠੀ ਹੈ ਕੁਰਸੀਆਂ ਤੇ ਜੀ, ਉਹ ਕੁਛ ਕਰ ਹੀ ਨਹੀਂ ਰਹੀ, ਠੀਕ ਹੈ ਜੀ। ਫਿਰ ਉੱਥੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਘਟਨਾਕ੍ਰਮ ਹੋਇਆ ਉਹਨੂੰ ਬਾਰ-ਬਾਰ ਰਿਪੀਟ ਆਪਾਂ ਕਾਹਨੂੰ ਕਰਨਾ? ਤੇ ਹੁਣ ਕੁੱਲ ਮਿਲਾ ਕੇ ਗੱਲ ਹੁੰਦੀ ਹੈ ਕਿ ਮੈਂ ਕੀਤੀ ਤੁਹਾਨੂੰ ਬੋਲਣ ਦਾ ਅਧਿਕਾਰ ਨਹੀਂ। ਹੁਣ ਬੋਲਣ ਦੀ ਗੱਲ ਕਰ ਲੈਂਦੇ ਆਪਾਂ। ਪਾਰਲੀਮੈਂਟ ਦਾ ਇਜਲਾਸ ਹੋਇਆ ਜੀ, ਪਹਿਲਾ ਦਿਨ ਸੀਗਾ। ਜੀ ਬਿਲਕੁਲ। ਪਹਿਲੇ ਦਿਨ ਜੁਆਇੰਟ ਜਿਹੜਾ ਦੋਨਾਂ ਸੰਸਦ ਜਿਹੜੇ ਰਾਜ ਸਭਾ ਤੇ ਲੋਕ ਸਭਾ ਦਾ ਇਕੱਠਾ ਹੁੰਦਾ ਜੀ, ਸਾਂਝਾ ਇਹਨਾਂ ਦਾ ਸੈਸ਼ਨ ਹੁੰਦਾ ਇੱਕ ਦਿਨ ਦਾ। ਉਹਦੇ 'ਚ ਰਾਸ਼ਟਰਪਤੀ ਬੋਲਦਾ। ਰਾਸ਼ਟਰਪਤੀ ਅਸਲ ਵਿੱਚ ਕੀ ਹੁੰਦਾ, ਮੌਕੇ ਦੀ ਸਰਕਾਰ ਦਾ ਧੂ ਹੈ। ਜੀ ਬਿਲਕੁਲ। ਜੋ ਉਹਨਾਂ ਨੇ ਦਿੱਤਾ ਜੋ ਬੋਲਣਾ, ਜੋ ਲਿਖਿਆ ਉਹਨੇ ਬੋਲਣਾ। ਅਸਲ 'ਚ ਉਹਨੇ ਦੱਸਣਾ ਹੁੰਦਾ ਕਿ ਮੈਂ ਤਾਂ ਬਹੁਤ ਚੰਗਾ ਕੰਮ ਕਰਦਾ। ਤੁਸੀਂ ਰਾਸ਼ਟਰਪਤੀ ਦੇ ਮੂੰਹ ਵਾਂਗ ਨੂੰ ਭਾਵੇਂ ਆਪ ਕਹਿ ਦਿਓ। ਜੀ ਬਿਲਕੁਲ, ਠੀਕ ਹੈ ਜੀ। ਮੈਨੂੰ ਤਾਂ ਸਮਝ ਨਹੀਂ ਲੱਗਦਾ ਕਿ ਰਾਸ਼ਟਰਪਤੀ ਦੀ ਇੰਪੋਰਟੈਂਸ ਕੀ ਹੈ ਜਾਂ ਉਹ ਕਦ ਨਹੀਂ ਰੱਖਿਆ ਹੈ। ਇੱਕ ਅਰਬਾਂ ਖਰਬਾਂ ਰੁਪਈਆ ਉੱਤੇ ਖਰਚ ਕੀਤਾ ਜਾਂਦਾ ਹਰ ਸਾਲ, ਠੀਕ ਹੈ ਜੀ। ਔਰ ਉਹਨੇ ਨਾਲ ਕਿੰਨੇ ਹਸਪੀਟਲ ਬਣ ਸਕਦੇ, ਕਿੰਨੇ ਸਕੂਲ ਖੁੱਲ ਸਕਦੇ, ਕਿੰਨੇ ਜਿਹੜੇ ਇੰਡਸਟਰੀ ਡਿਵੈਲਪ ਹੋ ਸਕਦੀ ਹੈ। ਉਸ ਬੰਦੇ ਇੱਕ ਤੇ ਤੁਸੀਂ ਸਿਰਫ ਉਹਦੇ ਕੋਲ ਭਾਸ਼ਣ ਦਵਾਉਣ ਦੀ ਖਾਤਰ ਕਿ ਤੁਹਾਡੀ ਉਹ ਚਾਪਲੂਸੀ ਕਰੇ। ਜੀ ਬਿਲਕੁਲ। ਇੱਥੇ ਗੱਲ ਕਰਨੀ ਬਣਦੀ ਹੈਗੀ ਆ ਵੀ ਛੋਟੇ ਹੁੰਦੇ ਤੋਂ ਹੀ ਇਹ ਸੁਣਨ ਚ ਆਉਂਦਾ ਸੀ, ਕਿਤਾਬਾਂ 'ਚ ਪੜ੍ਹਿਆ ਵੀ ਜਾਂਦਾ ਸੀ ਵੀ ਰਾਸ਼ਟਰਪਤੀ ਆ ਜਿਹੜਾ ਭਾਰਤ ਦਾ ਇੱਕ ਰਾਸ਼ਟਰਪਤੀ ਇੱਕ ਰਬੜ ਦੀ ਮੋਹਰ ਆ। ਬਿਲਕੁਲ, ਰਬੜ ਸਾਬਤ ਹੋ
ਸਰਕਾਰ ਦੀ ਰਬੜ ਦੀ ਮੋਹਰ ਸਾਬਤ ਹੋ ਰਿਹਾ ਜੋ ਸਰਕਾਰ ਚਾਹੇ ਉਹਦੇ ਕੋਲ ਕਰਾ ਸਕਦੀ ਹੈ। ਮੈਨੂੰ ਲੱਗਦਾ ਕਿ ਜੀ ਪਤਾ ਨਹੀਂ ਇਹ ਸੰਵਿਧਾਨ ਬਣਾਉਣ ਲੱਗਿਆ ਕਿਤੇ ਨਾ ਕਿਤੇ ਗਲਤੀ ਜ਼ਰੂਰ ਹੋਈ ਹੈ। ਠੀਕ ਹੈ, ਸੰਵਿਧਾਨ ਦੀ ਅਸੀਂ ਵੀ ਇੱਜ਼ਤ ਕਰਦੇ ਆ, ਪਰ ਇਹ ਗਲਤੀਆਂ ਜਿਹੜੀਆਂ ਹੋਈਆਂ ਇਹ ਸੁਧਾਰਨ ਦੀ ਲੋੜ ਸੀ। ਸੰਵਿਧਾਨ ਦੇ ਵਿੱਚ ਨਵੇਂ ਕਾਨੂੰਨ ਜਿਹੜੇ ਪਾਉਣ ਦੀ ਇਹ ਜਿਹੜੀ ਹਮਾਕਤ ਕੀਤੀ ਸਰਕਾਰ ਨੇ, ਇਹਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਊਗਾ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਲੋਕੀ ਇੰਨੇ ਵੀ ਚੇਤਨ ਹੋ ਜਾਣ ਕਿ ਸੰਵਿਧਾਨ 'ਚ ਜਿਹੜੀਆਂ ਗਲਤ ਗੱਲਾਂ ਹੈਗੀਆਂ ਕੱਢੋ ਬਾਹਰ। ਜੀ ਬਿਲਕੁਲ ਠੀਕ ਹੈ ਜੀ। ਹੁਣ ਬੋਲਣ ਦੀ ਗੱਲ ਤੇ ਮੈਂ ਗੱਲ ਸ਼ੁਰੂ ਕੀਤੀ ਸੀ। ਬੋਲਣ ਦੇ ਲਈ ਹੁੰਦਾ ਕੀ ਹੈ ਜੀ, ਬੇਸ਼ੱਕ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਜਦੋਂ ਰਾਸ਼ਟਰਪਤੀ ਭਾਸ਼ਣ ਦਿੰਦਾ ਆਪਾਂ ਨੂੰ ਪਤਾ ਕਿ ਉਹ ਸਰਕਾਰ ਦੀ ਬੋਲੀ ਬੋਲਦਾ, ਆਪਾਂ ਨੂੰ ਪਤਾ ਸਰਕਾਰ ਦਾ ਲਿਖਿਆ ਭਾਸ਼ਣ ਬੋਲਦਾ। ਅੱਜ ਤਾਈਂ ਕਿਸੇ ਨੇ ਵਿਰੋਧ ਨਹੀਂ ਸੀ ਕੀਤਾ। ਉਦੋਂ ਬਾਅਦ ਸਰਕਾਰ ਨੂੰ ਦੁਨੀਆ ਘੇਰਦੀ ਹੁੰਦੀ ਆ, ਆਪੋਜੀਸ਼ਨ ਪਾਰਟੀਆਂ ਘੇਰਦੀਆਂ ਹੁੰਦੀਆਂ, ਸਰਕਾਰ ਜਿਹਦੀ ਮਰਜ਼ੀ ਹੋਵੇ। ਜੀ ਬਿਲਕੁਲ। ਇੱਥੇ ਰਾਸ਼ਟਰਪਤੀ ਭਵਨ ਦੇ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਵੇਲੇ ਸੰਸਦ ਦੇ ਵਿੱਚ ਜਾਣ ਲਈ ਸੰਸਦ ਦੇ ਮੈਂਬਰਾਂ ਨੂੰ ਰੋਕਿਆ ਗਿਆ। ਜੀ ਬਿਲਕੁਲ। ਠੀਕ ਹੈ ਜੀ। ਪਹਿਲਾਂ ਤਾਂ ਇੱਕ ਖਾਸ ਲਿਮਿਟਡ ਬੰਦੇ ਸੱਦੇ ਗਏ। ਜੀ ਬਿਲਕੁਲ। ਕਾਹਦੇ ਲਈ ਸੱਦੇ, ਫਿਰ ਕੀ ਲੋੜ ਸੀ ਜੀ? ਜੀ ਬਿਲਕੁਲ। ਜੇ ਤੁਹਾਨੂੰ ਲੱਗਦਾ ਕਿ ਇਹ ਜਿਹੜੇ ਲਿਮਿਟਡ ਬੰਦੇ ਹੀ ਸੱਦਣੇ ਚਾਹੀਦੇ ਆ, ਕਾਹਦੇ ਲਈ ਸੱਦਣੇ ਆ? ਜੀ ਬਿਲਕੁਲ। ਕੀ ਐਡੀ ਬਿਲਣੇ ਚ ਬਾਂਹ ਆਈ ਸੀ ਵੀ ਤੁਹਾਨੂੰ ਨਹੀਂ ਸਰਦਾ ਨਹੀਂ ਸਾਡਾ ਜੀ? ਜੀ ਔਖੇ ਬਹੁਤ ਸੀ ਅਸੀਂ ਤਾਂ, ਸਾਨੂੰ ਤਾਂ ਮਤਲਬ ਕਬਜ਼ ਹੋਈ ਸੀ ਵੀ ਜੇ ਅਸੀਂ ਨਹੀਂ ਸੱਦਿਆ ਰਾਸ਼ਟਰਪਤੀ ਨੂੰ ਜਾਂ ਪਾਰਲੀਮੈਂਟ ਦਾ ਭਾਸ਼ਣ ਨਹੀਂ ਸੱਦਿਆ ਤੇ। ਜੀ ਬਿਲਕੁਲ। ਕਿਉਂ ਸੱਦਿਆ? ਜੇ ਉੱਥੇ ਜਾ ਕੇ ਸੰਸਦ ਮੈਂਬਰਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੈਗੀ। ਜੀ ਠੀਕ ਹੈ ਜੀ। ਫਿਰ ਉਂਝ ਇੱਕ ਗੱਲ ਜ਼ਰੂਰ ਹੈ ਕਿ ਆਮ ਆਦਮੀ ਦੀ ਪਾਰਟੀ ਦੇ ਚਾਰੇ ਮੈਂਬਰ ਜਿਹੜੇ ਆ ਉਹਨਾਂ ਨੇ ਜਾਣ ਨਹੀਂ ਦਿੱਤੇ। ਸੰਸਦ ਲੋਕ ਸਭਾ ਦਾ ਇੱਕ ਮੈਂਬਰ, ਇੱਕੋ ਇੱਕ ਮੈਂਬਰ ਭਗਵੰਤ ਮਾਨ, ਔਰ 3 ਰਾਜ ਸਭਾ ਦੇ ਮੈਂਬਰ, ਉਹਨਾਂ ਨੂੰ ਜਾਣ ਨਹੀਂ ਦਿੱਤਾ। ਉਹਨਾਂ ਨੇ ਬਾਹਰ ਰੌਲਾ ਟੱਟ ਕੇ ਪਾਇਆ। ਦੂਜੇ ਪਾਸੇ ਇੱਕ ਜੇ ਕਾਂਗਰਸ ਦਾ ਰਵਨੀਤ ਬਿੱਟੂ ਚਲਾ ਗਿਆ, ਉਹਨੇ ਅੰਦਰ ਜਾ ਕੇ, ਬੇਸ਼ੱਕ ਮੈਨੂੰ ਨਹੀਂ ਪਤਾ ਮਰਿਆਦਾ ਭੰਗ ਹੋਈ ਆ, ਉਹ ਰਾਸ਼ਟਰਪਤੀ ਦੀ ਇੱਜ਼ਤ ਨੂੰ ਕੋਈ ਠੇਸ ਲੱਗੀ ਆ ਜਾਂ ਕੋਈ ਇਹ ਸੰਸਦ ਭਵਨ ਦੇ ਮਰਿਆਦਾ ਦੇ ਉਲਟ ਹੋਈ ਆ, ਪਰ ਉਹਨੇ ਕਿਸਾਨਾਂ ਦੇ ਹੱਕ 'ਚ ਨਾਅਰੇ ਮਾਰੇ ਆ। ਇਸ ਗੱਲ ਨੂੰ ਮੈਂ ਚੰਗਾ ਸਮਝਦਾ। ਠੀਕ ਹੈ ਜੀ। 100 ਦੂਸਰੇ ਨਾਲ ਇੱਕ ਦੂਜੇ ਨਾਲ ਵਿਰੋਧ ਹੋ ਸਕਦੇ ਆ, ਪਰ ਜਿਸ ਤਰੀਕੇ ਨਾਲ ਹਿੰਦੁਸਤਾਨ ਦੀਆਂ 16-17 ਪਾਰਟੀਆਂ ਨੇ, ਰਾਜਸੀ ਪਾਰਟੀਆਂ ਨੇ, ਇਕਜੁੱਟਤਾ ਵਿਖਾ ਕੇ ਇਹ ਫੈਸਲਾ ਕੀਤਾ ਕਿ ਅਸੀਂ ਸਰਕਾਰ ਨੂੰ ਘੇਰਾਂਗੇ। ਉੱਥੇ ਇਹ ਫੈਸਲਾ ਮੈਂ ਸਮਝਦਾ ਸ਼ਾਇਦ ਚੰਗਾ ਨਹੀਂ ਹੈ ਕਿ ਉਹ ਰਾਸ਼ਟਰਪਤੀ ਭਵਨ ਦੇ ਵਿੱਚ ਜਾਣ ਹੀ, ਉੱਥੇ ਰਾਸ਼ਟਰਪਤੀ ਦੇ ਭਾਸ਼ਣ ਵੇਲੇ ਜਾਣ ਹੀ ਜਾਂ ਕਹਿਣ ਅਸੀਂ ਸੰਸਦ ਦਾ ਬਾਈਕਾਟ। ਜੀ ਬਿਲਕੁਲ। ਇਹ ਜਿਹੜੀਆਂ ਬਾਕੀ ਰਾਜਸੀ ਆਪਣੇ ਦੇਖੋ ਰਾਜਕਰਤਾ ਪਾਰਟੀ ਤੋਂ ਇਲਾਵਾ ਜਿਹੜੀਆਂ ਵਿਰੋਧੀ ਧਿਰਾਂ ਨੇ, ਚਾਹੇ ਉਹ ਉਸ ਪਾਰਟੀਆਂ ਦੇ ਵਿੱਚ 2 ਲੀਡਰ ਨੇ, ਕਿਸੇ 'ਚ 20 ਨੇ, ਕਿਸੇ 'ਚ 50 ਨੇ, ਇਹਨਾਂ ਸਾਰੇ ਬੰਦਿਆਂ ਨੂੰ ਕਿਸੇ ਵੀ ਪਾਰਟੀ ਦਾ ਕਿਸੇ ਟਾਈਮ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਉਹ ਨਹੀਂ ਬਾਈਕਾਟ ਨਹੀਂ ਕਰਨਾ ਚਾਹੀਦਾ, ਬਲਕਿ ਉੱਥੇ ਅੰਦਰ ਜਾ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਬਿਲਕੁਲ ਜੀ। ਚਾਹੇ ਉੱਥੇ ਪ੍ਰਧਾਨ ਮੰਤਰੀ ਦਾ ਭਾਸ਼ਣ ਚੱਲਦਾ, ਚਾਹੇ ਉੱਥੇ ਮੁੱਖ ਮੰਤਰੀ ਦਾ ਚੱਲਦਾ, ਦੇਖੋ ਇਹ ਇੱਕ ਰਾਹ ਦਿੱਤਾ ਜਾਂਦਾ ਜੀ ਫਿਰ ਸਰਕਾਰ ਨੂੰ ਵੀ ਲਓ ਜੀ ਜੋ ਮਰਜ਼ੀ ਕਰਨ ਦਾ। ਫਿਰ ਤੁਸੀਂ ਬਾਅਦ 'ਚ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਨੇ ਮਰਜ਼ੀ ਕੀਤੀ। ਮੈਂ ਸਮਝਦਾ ਕਿ ਰਾਜਸੀ ਪਾਰਟੀਆਂ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਇਸ ਸੈਸ਼ਨ ਦਾ ਬਾਈਕਾਟ ਕਰਾਂਗੇ, ਉਹ ਆਪਦਾ ਫੈਸਲਾ ਵਾਪਸ ਲੈਣ ਇਮੀਡੀਏਟਲੀ। ਜੀ ਬਿਲਕੁਲ। 1 ਤਰੀਕ ਨੂੰ ਬਜਟ ਪੇਸ਼ ਹੋ ਰਿਹਾ, ਉੱਥੇ ਜਾ ਕੇ ਬਜਟ ਪੇਸ਼ ਨਾ ਕਰਨ ਦੇਣ। ਜੀ ਬਿਲਕੁਲ। ਉੱਥੇ ਸਰਕਾਰ ਨੂੰ ਬੋਲਣ ਨਾ ਦੇਣ, ਉੱਥੇ ਸਪੀਕਰ ਨਾਲ ਘੇਰਾ ਘੱਤਣ, ਉੱਥੇ ਜੋ ਮਰਜ਼ੀ ਰੌਲਾ ਪਾਉਣ, ਜਿੱਦਾਂ ਦੇ ਮਰਜ਼ੀ ਬਿੱਲ ਜਿਹੜੇ ਹੈ ਕਿਸਾਨਾਂ ਦੇ ਪਾੜ ਸੁੱਟਣ। ਇਹਨਾਂ ਨੂੰ ਹੱਕ ਹੈ, ਪਰ ਬੋਲਣਾ ਜ਼ਰੂਰ ਚਾਹੀਦਾ, ਜਾਣਾ ਜ਼ਰੂਰ ਚਾਹੀਦਾ। ਤੁਸੀਂ ਜਾਓਗੇ ਨਹੀਂ ਤਾਂ ਮਨ ਮਰਜ਼ੀਆਂ ਕਰਨਗੇ। ਲੋਕਾਂ ਨੇ ਚੁਣ ਕੇ ਭੇਜਿਆ ਜੀ, ਲੋਕਾਂ ਦੇ ਦਿੱਤੇ ਟੈਕਸਾਂ ਦੇ ਵਿੱਚੋਂ ਤਨਖਾਹ ਲੈਂਦੇ ਨੇ। ਇਹ ਥੋੜੀ ਵੀ ਤੁਸੀਂ ਬਾਹਰ ਬੈਠ ਜਾਓ। ਹਾਂ, ਬਾਹਰ ਅੰਦਰ ਵਾਸਤੇ ਭੇਜਿਆ ਵੀ ਤੁਸੀਂ ਉੱਥੇ ਬਾਹਰ ਬੈਠਣ ਵਾਸਤੇ। ਹਾਂ, ਬਾਹਰ ਬੈਠਣ ਵਾਸਤੇ ਨਹੀਂ ਤੁਹਾਨੂੰ ਭੇਜਿਆ ਗਿਆ ਸੰਸਦ ਵਿੱਚ, ਤੁਹਾਨੂੰ ਸੰਸਦ ਵਿੱਚ ਆਵਾਜ਼ ਚੁੱਕਣ ਲਈ ਭੇਜਿਆ ਗਿਆ। ਤੁਹਾਡੀ ਆਵਾਜ਼ ਕੋਈ ਸੁਣਦਾ ਜਾਂ ਨਹੀਂ ਸੁਣਦਾ, ਉਹ ਇੱਕ ਹੋਰ ਗੱਲ। ਜੀ ਬਿਲਕੁਲ। ਬਿਲਕੁਲ। ਆਪਾਂ ਆਮ ਤੌਰ ਦੇ ਉੱਤੇ ਪੰਜਾਬ ਦੀਆਂ ਖਬਰਾਂ ਵੀ ਦੇਖਦੇ ਰਹਿੰਦੇ ਆ, ਪਿੱਛੇ ਜੇ ਜਿੰਨੇ ਵੀ ਕੋਈ ਇਜਲਾਸ ਹੁੰਦੇ ਨੇ ਉਸ ਟਾਈਮ ਜਿਹੜੇ ਵਿਰੋਧੀ ਧਿਰ ਵਾਲੇ ਹੁੰਦੇ ਨੇ, ਚਾਹੇ ਉਹ ਜਿੰਨੇ ਮਰਜ਼ੀ ਲੀਡਰ ਹੋਣ ਜੀ, ਉਹ ਬਾਹਰ ਜਾ ਕੇ ਆਪਣੇ ਧਰਨੇ ਲਾ ਕੇ ਝਾੜ ਫੂਕ ਕਰੀ ਜਾ ਰਹੇ, ਜਦ ਕਿ ਅੰਦਰ ਕੁਝ ਹੋਰ ਹੋ ਰਿਹਾ ਹੁੰਦਾ। ਉਹਨਾਂ ਨੂੰ ਚੁਣ ਕੇ ਭੇਜਿਆ ਜਾਂਦਾ ਵੀ ਤੁਸੀਂ ਅੰਦਰ ਜਾ ਕੇ ਆਵਾਜ਼ ਉਠਾਉਣੀ ਆ। ਤੁਹਾਡੀ ਆਵਾਜ਼ ਸੁਣੀ ਜਾਂਦੀ ਹੈ ਨਹੀਂ ਜਾਂਦੀ ਉਹ ਗੱਲ ਵੱਖਰੀ ਆ, ਪਰ ਤੁਸੀਂ ਆਪਣਾ ਅੰਦਰ ਜਾ ਕੇ ਜਿਹੜਾ ਬਾਹਰ ਬੈਠ ਕੇ ਤਾਂ ਢਲੋਰਾ ਜੋ ਮਰਜ਼ੀ ਪਿੱਟੀ ਆਪਣਾ ਫਰਜ਼ ਜਿਹੜਾ ਫਰਜ਼ ਆ। ਜੀ ਤੁਸੀਂ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰੀ ਜਾਂਦੇ ਹੋ, ਪੱਤਰਕਾਰਾਂ ਨੂੰ ਕਹੀ ਜਾਂਦੇ ਹੋ ਜੀ ਅਸੀਂ ਤਾਂ ਬਾਈਕਾਟ ਕਰਕੇ ਆ ਗਏ ਜੀ, ਤੁਸੀਂ ਆਦਾ ਫਰਜ਼ ਨਿਭਾ ਕੇ ਨਹੀਂ ਆਏ। ਜੀ ਬਿਲਕੁਲ। ਤੁਹਾਨੂੰ ਤੁਸੀਂ ਉਹ ਬਲਕਿ ਦੂਸਰੇ ਬੰਦੇ ਨੂੰ ਰਾਹ ਦੇ ਕੇ ਆਏ, ਉਹਨੂੰ ਰਸਤਾ ਦੇ ਕੇ ਆਏ ਆ, ਵੀ ਖੁੱਲ ਦੇ ਕੇ ਆਏ। ਜੀ ਉਹਨੂੰ ਆਪਦੇ ਹੱਥੀਂ ਤੁਸੀਂ ਖੁੱਲ ਦੇ ਕੇ ਆਏ ਹੋ ਵੀ ਕਰ ਲੈ ਮਨ ਮਰਜ਼ੀਆਂ, ਅਸੀਂ ਤੇਰੇ ਰਸਤੇ ਤੋਂ ਪਾਸੇ। ਭਾਵੇਂ ਤੁਹਾਨੂੰ ਲੱਗਦਾ ਕਿ ਤੁਸੀਂ ਮਾਈਨੋਰਿਟੀ ਵਿੱਚ ਹੋ, ਤੁਹਾਡੀ ਗਿਣਤੀ ਘੱਟ ਹੈ, ਤਾਕਤ ਘੱਟ ਹੈ, ਪਰ ਤੁਹਾਡੇ ਆਪਦੇ ਅੰਦਰ ਤਾਂ ਜੋਸ਼ ਹੈ। ਤੁਹਾਨੂੰ ਆਪ ਨੂੰ ਤਾਂ ਹੋਸ਼ ਹੈ, ਤੁਹਾਨੂੰ ਇਸ ਗੱਲ ਦੀ ਹੋਸ਼ ਹੋਣੀ ਚਾਹੀਦੀ ਕਿ ਤੁਹਾਡੀ ਜ਼ਿੰਮੇਵਾਰੀ ਕੀ ਹੈ। ਜੀ ਬਿਲਕੁਲ। ਮੈਂ ਕਹਿੰਦਾ ਲੋਕਾਂ ਨੂੰ ਵੀ ਚਾਹੀਦਾ ਹੈਗਾ ਜੀ, ਜਿਸ ਤਰ੍ਹਾਂ ਜਦੋਂ ਇਸ ਤਰ੍ਹਾਂ ਦੇ ਇਜਲਾਸ ਹੋਣੇ ਹੁੰਦੇ ਨੇ ਤਾਂ ਲੋਕ ਵੀ ਆ ਕੇ ਖੜਨ ਵੀ ਚਲੋ ਅੰਦਰ ਨਿਕਲ ਕਿੱਦਾਂ ਬਾਹਰ ਖੜੇ ਹੋ, ਬਾਹਰ ਬਾੜੇ 'ਚ ਬਾੜੋ ਜੀ। ਹਾਂ, ਪਾਰਲੀਮੈਂਟ 'ਚ ਖੜੇ ਹੋਣ। ਜੀ ਬਾਹਰ ਖੜੇ ਹੋਣੇ ਚਾਹੀਦੇ, ਬਾੜੇ 'ਚ ਬਾੜੋ ਉਹਨਾਂ ਵੀ, ਤੁਸੀਂ ਬਾਹਰ ਕਿਉਂ ਖੜੇ? ਹਾਂ, ਗਿੱਟੇ ਦੇ ਹੱਕੀਆਂ ਮਾਰ ਅੰਦਰ ਭੇਜਣਾ। ਬਾਹਰ ਜਿਹੜਾ ਕੀਤਾ ਗਿਆ ਪਰ ਉਹਦਾ ਕਿੱਥੇ ਜਾਊਗਾ ਜੀ, ਉਹਦਾ ਕਿੱਥੇ ਦਰਜ ਹੋਣਾ, ਉਹਦਾ ਕੋਈ ਫਾਇਦਾ ਨਹੀਂ। ਜੀ ਠੀਕ ਹੈ ਜੀ। ਇਹ ਮੌਕਾ ਜੀ, ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੀਦਾ। ਮੌਕਾ ਕਿਹੜਾ, ਦੁਬਾਰਾ ਸੁਣ ਲਓ, ਰਾਜ ਸਭਾ ਤੇ ਲੋਕ ਸਭਾ ਦੀ ਜਿਹੜੀ
ਕਾਰਵਾਈ ਸ਼ੁਰੂ ਹੋਰ ਜਾਰੀ ਹੈ। ਬਜਟ ਪੇਸ਼ ਹੋ ਰਿਹਾ 1 ਤਰੀਕ ਨੂੰ ਸੋਮਵਾਰ ਨੂੰ। ਜੀ। ਉਸ ਦਿਨ ਸਾਰੀਆਂ ਪਾਰਟੀਆਂ ਯਕਮੁਸ਼ਤ ਫੈਸਲਾ ਕਰਨ। ਅਸੀਂ ਅੰਦਰ ਜਾਣਾ, ਉਹ ਕਾਰਵਾਈ ਚੱਲਣ ਦੇਣੀ ਨਹੀਂ ਚੱਲਣ ਦੇਣੀ ਤੁਹਾਡਾ ਅਧਿਕਾਰ ਹੈ। ਮੈਂ ਇੱਥੇ ਬੈਠ ਕੇ ਕਹਾਂ ਜੀ ਨਾ ਚੱਲਣ ਦਿਓ, ਮੈਂ ਇੱਥੇ ਬੈਠ ਕੇ ਕਹਾਂ ਜੀ ਕੁਰਸੀਆਂ ਤੋੜ ਦਿਓ, ਮੈਂ ਕਹਾਂ ਜੀ ਸਪੀਕਰ ਨੂੰ ਬੋਲਣ ਨੂੰ ਨਾ ਦਿਓ, ਮੈਂ ਕਹਾਂ ਜੀ ਪ੍ਰਧਾਨ ਮੰਤਰੀ ਨੂੰ ਘੇਰ ਲਓ, ਤੁਸੀਂ ਉੱਥੇ ਮੈਂ ਜਿਹੜਾ ਹੈਗਾ ਫਾਈਨੈਂਸ ਮਿਨਿਸਟਰ ਆ ਉਹਦੇ ਸਾਹਮਣੇ ਖੜੇ ਹੋ ਜਾਓ, ਇਦਾਂ ਦੀ ਕੋਈ ਗੱਲ ਮੈਂ ਕਹਾਂ ਉਹਦਾ ਕੋਈ ਫਾਇਦਾ ਨਹੀਂ। ਤੁਸੀਂ ਆਪ, ਤੁਹਾਨੂੰ ਰਾਈਟ ਹੈ ਹਰ ਕੰਮ ਕਰਨ ਦਾ, ਹਰ ਗੱਲ ਕਰਨ ਦਾ, ਤੁਹਾਡਾ ਜਮਹੂਰੀ ਅਧਿਕਾਰ ਹੈ। ਉਸ ਅਧਿਕਾਰ ਦੀ ਵਰਤੋਂ ਕਰੋ। ਕਿਉਂ ਵਰਤੋਂ ਕਰੋ? ਅੱਜ ਦੇਸ਼ ਦਾ ਕਿਸਾਨ ਜਿਹੜਾ ਉਹ ਬੜੇ ਵੱਡੇ ਗੰਭੀਰ ਸੰਕਟ ਵਿੱਚ ਹੈ। ਜੇ ਦੇਸ਼ ਦੇ ਕਿਸਾਨ ਜਿਹੜਾ, ਜਿਹਨੂੰ ਅਸੀਂ ਆਪਦੇ ਦੇਸ਼ ਦੀ ਰੀੜ੍ਹ ਦੀ ਹੱਡੀ ਕਹਿੰਦੇ ਆ, ਜੇ ਉਹ ਰੀੜ੍ਹ ਦੀ ਹੱਡੀ ਟੁੱਟ ਜਾਵੇ, ਕਿਸੇ ਬੰਦੇ ਦਾ ਕੁੱਬ ਨਿਕਲਿਆ, ਤੁਸੀਂ ਵੇਖਿਆ ਕਦੀ? ਜੇ ਉਹ ਰੀੜ੍ਹ ਦੀ ਹੱਡੀ 'ਚ ਨੁਕਸ ਪਿਆ ਹੁੰਦਾ ਤਾਂ ਹੀ ਕੁੱਬਾ ਹੋਇਆ ਹੁੰਦਾ, ਉਹਨੂੰ ਤੁਰਨਾ ਔਖਾ ਹੋ ਜਾਂਦਾ। ਜੇ ਸਾਡੇ ਦੇਸ਼ ਦੇ ਕਿਸਾਨ ਦੀ, ਜਿਹਨੂੰ ਅਸੀਂ ਰੀੜ੍ਹ ਦੀ ਹੱਡੀ ਕਹਿੰਦੇ ਆ, ਉਹ ਲਿਫ ਗਈ, ਉਹ ਟੇਢੀ ਹੋ ਗਈ, ਉਹਦੇ ਵਿੱਚ ਕੋਈ ਵਿੰਗ ਵਲ ਪੈ ਗਿਆ, ਉਹਦੇ 'ਚ ਕੋਈ ਦਰਦ ਆ ਗਿਆ, ਤੇ ਦੇਸ਼ ਦਾ ਕਿਸਾਨ ਜੇ ਔਖਾ ਹੋਊਗਾ, ਦੇਸ਼ ਸੌਖਾ ਨਹੀਂ ਰਹਿ ਸਕਦਾ। ਅੱਜ ਕਿਸਾਨਾਂ ਦੇ ਇਸ ਸੰਘਰਸ਼ ਦੀ ਸਪੋਰਟ ਕਰਨ ਦੀ ਲੋੜ ਹੈ। ਔਰ ਤੁਸੀਂ ਦੇਖੋ ਕਿੰਨੀਆਂ ਸਾਜ਼ਿਸ਼ਾਂ ਹੋ ਰਹੀਆਂ ਉਹਨਾਂ ਦੇ ਖਿਲਾਫ, ਦੇਸ਼ ਦੇ ਖਿਲਾਫ ਹੋ ਰਹੀਆਂ, ਦੇ ਇਨਸਾਨੀਅਤ ਨਾਲ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਹੋ ਰਹੀਆਂ। ਉੱਥੇ ਫੁੱਟ ਪਾਊ ਤਾਕਤਾਂ ਜਿਹੜੀਆਂ ਉਹ ਇਹਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀਆਂ। ਤੇ ਜੇ ਅਸੀਂ ਰਾਜਸੀ ਪਾਰਟੀਆਂ ਵਾਲੇ ਮੌਕਾ ਨਹੀਂ ਸੰਭਾਲਾਂਗੇ, ਹੱਥੋਂ ਨਿਕਲਿਆ ਜਿਹੜਾ ਤੀਰ ਆ ਵਾਪਸ ਨਹੀਂ ਆਉਣਾ। ਇਹ ਮੌਕਾ ਤੁਹਾਨੂੰ ਵਾਪਸ ਨਹੀਂ ਮਿਲਣਾ। ਲੋਕੀ ਤੁਹਾਨੂੰ ਫਿਰ ਘੇਰ ਕੇ ਤੁਹਾਡੇ ਕੋਲ ਸਵਾਲ ਪੁੱਛਣਗੇ, ਜਵਾਬ ਦੇਣੇ ਔਖੇ ਹੋ ਜਾਣਗੇ। ਜੀ ਬਿਲਕੁਲ। ਕੀ ਲੱਗਦਾ ਜੀ ਤੁਹਾਨੂੰ? ਨਹੀਂ, ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ ਜੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹਦੀ ਅਪਡੇਟ ਰੱਖੀਏ। ਜਾਂਦੇ ਜਾਂਦੇ ਮੈਂ ਇੱਕ ਗੱਲ ਦੀ ਹੋਰ ਨਿਖੇਧੀ ਕਰ ਦੇਣੀ ਚਾਹੁੰਦਾ ਵਾਂ। ਖਾਲਸਾ ਏਡ, ਜਿਹਦੇ ਬਾਰੇ ਪ੍ਰਸਿੱਧ ਆ ਸੰਸਾਰ ਪੱਧਰ ਤੇ ਕਿ ਉਹਨਾਂ ਨੇ ਜਿੱਥੇ ਵੀ ਦੁੱਖ ਦੀ ਘੜੀ ਹੋਈ ਹੈ, ਜਿੱਥੇ ਵੀ ਇਨਸਾਨੀਅਤ ਦਾ ਘਾਣ ਹੋਇਆ, ਉੱਥੇ ਜਾ ਕੇ ਆਵਾਜ਼ ਚੁੱਕੀ ਹੈ। ਆਵਾਜ਼ ਚੁੱਕਣ ਦਾ ਤਰੀਕਾ ਉਹਨਾਂ ਦਾ ਵੱਖਰਾ। ਉੱਥੇ ਜਾ ਕੇ ਉਹਨਾਂ ਲੋਕਾਂ ਨੇ ਭੁੱਖਿਆਂ ਨੂੰ ਰੋਟੀ ਖਵਾਈ ਹੈ, ਉਹਨਾਂ ਨੂੰ ਕੱਪੜੇ ਦਿੱਤੇ ਆ, ਉਹਨਾਂ ਨੂੰ ਪੈਰਾਂ 'ਚ ਪਾਉਣ ਨੂੰ ਜੁੱਤੀ ਦਿੱਤੀ ਹੈ, ਉਹਨਾਂ ਦਾ ਮੈਡੀਕਲ ਸਹੂਲਤਾਂ ਪ੍ਰੋਵਾਈਡ ਕੀਤੀਆਂ। ਸੇਮ ਸਾਰਾ ਕੁਝ ਉਹ ਸਿੰਘੂ ਬਾਰਡਰ ਤੇ ਵੀ ਕਰ ਰਹੇ ਸੀ। ਔਰ ਉਹਨਾਂ ਗੁੰਡਾਗਰਦੀ ਕਰਨ ਵਾਲੇ ਲੋਕਾਂ ਨੇ ਖਾਲਸਾ ਏਡ ਦੇ ਉਸ ਰਹਿਣ ਬਸੇਰੇ ਨੂੰ ਟਾਰਗੇਟ ਬਣਾਇਆ, ਜਿੱਥੇ ਉਹ ਬੁੱਢਿਆਂ ਬਜ਼ੁਰਗਾਂ ਨੂੰ ਉਹਨਾਂ ਨੇ ਇੱਕ ਜਗ੍ਹਾ ਬਣਾ ਕੇ ਦਿੱਤੀ ਸੀ ਕਿ ਤੁਸੀਂ ਇੱਥੇ ਘਰ ਵਰਗੇ ਮਾਹੌਲ 'ਚ ਰਹਿ ਸਕਦੇ। ਬਿਲਕੁਲ। ਟਰਾਲੀਆਂ 'ਚ ਪ੍ਰੋਟੈਕਟਡ ਸੀ, ਟਰਾਲੀਆਂ 'ਚ ਰਹਿਣਾ ਮੀਂਹ ਕਣੀ ਦੇ ਵਿੱਚ ਬਹੁਤ ਔਖਾ। ਉਹਨਾਂ ਨੇ ਵਾਟਰਪ੍ਰੂਫ ਟੈਂਟ ਬਣਾਇਆ ਸੀਗਾ ਔਰ 400 ਦੇ ਕਰੀਬ ਬੈੱਡ ਲਾਇਆ ਹੋਇਆ ਸੀ ਉੱਥੇ, ਕਿਸਮ ਦਾ ਭਾਵੇਂ ਜ਼ਮੀਨ ਤੇ ਸੀ ਪਰ ਇੱਕ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਸੀ। ਉਹ ਰਹਿਣ ਬਸੇਰਾ ਤਹਿਸ-ਨਹਿਸ ਕਰਤਾ। ਅਸੀਂ ਵਾਇਸ ਆਫ ਇੰਡੀਆ ਵੱਲੋਂ ਇਸ ਗੱਲ ਦੀ ਉਹਦੀ ਨਿਖੇਧੀ ਕਰਦੇ। ਲਖਵਿੰਦਰ ਜੀ, ਟਾਈਮ ਕੱਢਿਆ, ਮੈਂ ਕੁਝ ਜ਼ਿਆਦਾ ਗੁੱਸੇ 'ਚ ਬੋਲਿਆ, ਖਿਮਾ ਚਾਹੁੰਦਾ ਜੀ। ਥੈਂਕ ਯੂ ਵੈਰੀ ਮਚ।